ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ, ਜਾਗਦੀ ਜੋਤ, 10 ਪਾਤਸ਼ਾਹੀਆਂ ਦੇ ਆਤਮਿਕ ਸਵਰੂਪ, ਸ਼ਬਦ ਅਵਤਾਰ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਹਜ਼ੂਰ ਦੀ ਪਰਮ ਕਿਰਪਾਲਤਾ ਸਦਕਾ ਆਪ ਜੀ ਸਤਸੰਗਤ ਵਿੱਚ ਬੈਠ ਕਰਕੇ ਆਪਣੇ ਸਵਾਸਾਂ ਨੂੰ ਸਫਲ ਕਰ ਰਹੇ ਹੋ। ਸਰਬੰਸਦਾਨੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਹਜ਼ੂਰ ਦੇ ਮਹਾਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਵਿਖੇ ਦਰਸ਼ਨ ਦੀਦਾਰ ਕਰਦੇ ਹੋਏ ਪਵਿੱਤਰ ਤਖਤ ਅਸਥਾਨ ਦੀ ਚਰਨ ਧੂੜ ਨੂੰ ਆਪ ਪਰਸ ਰਹੇ ਹੋ। ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਅੰਦਰ ਤੁਰਕੀ ਬਾਣੀ ਦੀ ਲੜੀਵਾਰ ਕਥਾ ਦਾ ਸਮਾਂ ਹੈ। ਮਨ ਚਿਤ ਬਿਰਤੀਆਂ ਇਕਾਗਰ ਕਰਕੇ ਪਿਆਰ ਸ਼ਰਧਾ ਨਾਲ ਸੱਚੇ ਪਾਤਸ਼ਾਹ ਜੀ ਦਾ ਪਾਵਨ ਉਪਦੇਸ਼ ਸਰਵਣ ਕਰੀਏ। ਗੁਰੂ ਪਿਆਰੀ ਸਾਧ ਸੰਗਤ ਜੀ, 13 ਤਰੀਕ ਨੂੰ ਵਿਸਾਖ ਦੀ ਸੰਗਰਾਂਦ ਦਾ ਦਿਹਾੜਾ ਹੈ। ਪੰਥਵਾਲੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਿਸ ਦਿਨ ਪੰਥ ਦੀ ਸਿਰਜਣਾ ਕੀਤੀ ਹੈ, ਸਤਿਗੁਰੂ ਜੀ ਦੇ ਸਾਰੇ ਪਾਵਨ ਅਸਥਾਨਾਂ ਤੇ ਪੰਥ ਦਾ ਸਿਰਜਣਾ ਦਿਵਸ ਬਹੁਤ ਸ਼ਰਧਾ ਪੂਰਵਕ ਮਨਾਇਆ ਜਾਂਦਾ ਹੈ। ਕਿਸੇ ਕੌਮ ਕੋਲ ਆਪਣਾ ਜਨਮ ਦਾ ਦਿਨ ਨਹੀਂ ਹੈ, ਜਨਮ ਦੀ ਤਰੀਕ ਨਹੀਂ ਪਤਾ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਪੰਥ ਦੀ ਸਿਰਜਣਾ ਕੀਤੀ ਹੈ। ਖਾਲਸੇ ਕੋਲ ਆਪਣੇ ਜਨਮ ਦੀ ਤਿਥਵਾਰ ਤਰੀਕ ਹੈ। 12 ਤਰੀਕ ਨੂੰ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਹੈ। ਇਸ ਕਰਕੇ ਅੱਜ ਤੋਂ ਹੀ ਪੰਥ ਦੀ ਸਿਰਜਣਾ ਦਿਵਸ ਦੇ ਸੰਬੰਧ ਵਿੱਚ ਕਥਾ ਵਿੱਚ ਕੁਝ ਬੇਨਤੀਆਂ ਆਪਾਂ ਆਰੰਭ ਕਰਾਂਗੇ, ਕਿਉਂਕਿ ਜਿਸ ਦਿਨ ਪੰਥ ਦਾ ਸਿਰਜਣਾ ਦਿਵਸ ਹੈ, ਵਿਸਾਖ ਦੀ ਸੰਗਰਾਂਦ ਦਾ ਦਿਹਾੜਾ ਹੈ, ਉਸ ਦਿਨ ਫਿਰ ਮਹੀਨੇ ਦੀ ਕਥਾ ਵੀ ਹੋਣੀ ਹੁੰਦੀ ਹੈ। ਇਸ ਕਰਕੇ ਸਮਾਂ ਸੀਮਤ ਹੁੰਦਾ ਹੈ। ਗਰੀਬ ਨਵਾਜ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀ ਬਾਬਤ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਲਿਖਿਆ, 3 ਕਲਮੋਂ ਇਹ ਧਰਮ ਚਲਾਇਓ, ਸਭ ਸਾਧਨ ਕੋ ਰਾਹ ਬਤਾਇਓ। ਕਲਯੁਗ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਇਹ ਧਰਮ ਚਲਾਇਆ ਹੈ, ਸਿੱਖੀ ਦਾ। ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਇਹ ਨਿਰਮਲ ਉਜਲ ਸਿੱਖੀ ਪੰਥ ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਚਲਾਇਆ। ਸਿੱਖ ਧਰਮ ਦੇ ਬਾਨੀ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ, ਹਜ਼ੂਰ ਨੇ ਇਸ ਪੰਥ ਦੀ ਉਤਪਤੀ ਕੀਰਤਨ ਦੀਆਂ ਧੁਨਾਂ ਤੋਂ ਕੀਤੀ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਸ ਦੀ ਸੰਪੂਰਨਤਾ ਖੰਡੇ ਦੀ ਧਾਰ ਤੇ ਕੀਤੀ ਹੈ। ਸੱਚੇ ਪਾਤਸ਼ਾਹ ਨੇ ਗਰੀਬ ਨਵਾਜ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ
ਜਿਵੇਂ ਸਿੱਧਾ ਨੇ ਪੁੱਛਿਆ ਸੀ ਕਿ ਮਹਾਰਾਜ ਤੁਹਾਡੀ ਉਮਰ ਵਧਾ ਦਿੰਨੇ ਆ, ਫਿਰ ਸਾਰਾ ਜਗਤ ਹੀ ਤੁਹਾਡੇ ਚਰਨੀ ਪੈ ਜਾਏਗਾ। ਸਾਰੇ ਜਗਤ ਦੇ ਲੋਕ ਸਿੱਧਾ ਨੂੰ ਪੂਜਦੇ ਐ। ਜਦੋਂ ਮਹਾਰਾਜ ਐਡੇ ਸ਼ਕਤੀਆਂ ਵਾਲੇ ਸਿੱਧ ਹੀ ਤੁਹਾਡੇ ਚਰਨੀ ਲੱਗ ਗਏ, ਫਿਰ ਤਾਂ ਸਾਰੀ ਕਾਇਨਾਤ ਵਿੱਚ ਹੀ ਮਹਾਰਾਜ ਤੁਹਾਡਾ ਪੂਜਨ ਹੋਏਗਾ, ਪ੍ਰਸਿੱਧ ਤੁਹਾਡਾ ਨਾਮ ਹੋ ਜਾਏਗਾ। ਤੇ ਸਤਿਗੁਰੂ ਜੀ ਨੇ ਫਿਰ ਜਪਜੀ ਸਾਹਿਬ ਦੇ ਅੰਦਰ ਉੱਤਰ ਦਿੱਤਾ ਸੀ ਕਿ ਸਿੱਧੋ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾ ਖੰਡਾਂ ਵਿੱਚ ਜਾਣੀ ਐ ਨਾਲ ਚੱਲੈ ਸਭ ਕੋਏ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ। ਸਗੋਂ ਇਹੋ ਜਿਹਾ ਸਮਾਂ ਆਵੇਗਾ ਕਿ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ। ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਪੌੜੀ ਵਿੱਚ ਦੱਸਿਆ ਕਿ ਵਧੀ ਹੋਈ ਉਮਰ ਵੀ ਕਿਸੇ ਕੰਮ ਨਹੀਂ, ਜਗਤ ਵਿੱਚ ਬਹੁਤ ਵੱਡੀ ਪ੍ਰਸਿੱਧੀ ਵੀ ਪ੍ਰਾਪਤ ਹੋ ਜਾਵੇ, ਨਾਮ ਹੀ ਚੰਗਾ ਪ੍ਰਸਿੱਧ ਹੋ ਜਾਵੇ, ਪਰ ਮਹਾਰਾਜ ਕਹਿੰਦੇ ਜੇ ਵਾਹਿਗੁਰੂ ਦੀ ਮਿਹਰ ਦੀ ਨਿਗਾਹ ਨਹੀਂ ਨਾ ਤਾਂ ਇੱਕ ਦਿਨ ਇਹੋ ਜਿਹਾ ਆਉਂਦਾ ਕਿ ਉਹਦੀ ਕੋਈ ਗੱਲ ਵੀ ਨਹੀਂ ਪੁੱਛਦਾ, ਸਗੋਂ ਮੇਰਾ ਵਾਹਿਗੁਰੂ ਉਹਨੂੰ ਕੀੜਿਆਂ ਵਿੱਚ ਕੀੜਾ ਬਣਾ ਕਰਕੇ ਪੈਦਾ ਕਰ ਦਿੰਦਾ ਹੈ। ਕੀ ਕਰਨੀ ਹੈ ਇਹ ਫੋਕੀ ਸ਼ੌਹਰਤ। ਫਿਰ ਸਿੱਧਾ ਨੇ ਕਿਹਾ ਸੀ ਮਹਾਰਾਜ ਤੁਹਾਡੇ ਮਹਾਰਾਜ ਸਰੀਰ ਦਾ ਇਹ ਅੰਤ ਹੋਏਗਾ ਜਾਂ ਤੁਸੀਂ ਸਰੀਰ ਐਵੇਂ ਰੱਖੋਗੇ? ਮਹਾਰਾਜ ਕਹਿੰਦੇ ਨਹੀਂ, ਦੇਹ ਦਾ ਤਾਂ ਧਰਮ ਇਹੀ ਹੈ, ਮਰਜ਼ਾਦਾ ਥਾਪੀ ਅਸੀਂ, ਸਰੀਰ ਤਾਂ ਨਹੀਂ ਅਸੀਂ ਰੱਖਣਾ। ਅੱਛਾ ਮਹਾਰਾਜ ਫਿਰ ਤੁਹਾਡੇ ਸਰੀਰ ਦੇ ਤਿਆਗਣ ਨਾਲ ਤੁਹਾਡਾ ਪੰਥ ਤੁਹਾਡਾ ਸਿਧਾਂਤ ਸਮਾਪਤ ਹੋ ਜਾਏਗਾ? ਮਹਾਰਾਜ ਕਹਿੰਦੇ ਨਹੀਂ, ਅਸੀਂ ਆਪਣੀ ਅੱਗੇ ਜੋਤ ਧਰਾਂਗੇ। ਤੇ ਮਹਾਰਾਜ ਉਹਨਾਂ ਦਾ ਵੀ ਤਾਂ ਅਕਸਰ ਸਰੀਰ ਹੈ ਨਾ, ਸਰੀਰ ਤਾਂ ਫਿਰ ਮਹਾਰਾਜ ਨਹੀਂ ਰਹੇਗਾ ਜਦੋਂ ਤੁਸੀਂ ਮਰਜ਼ਾਦਾ ਪੁਰਸ਼ੋਤਮ ਹੋ। ਇਹ ਮਹਾਰਾਜ ਪ੍ਰਪਾਟੀ ਕਿੰਨਾ ਕੁ ਚਿਰ ਚੱਲੇਗੀ? ਸਤਿਗੁਰੂ ਜੀ ਨੇ ਕਿਹਾ ਕਿ ਅਸੀਂ 10 ਜਾਮੇ ਧਾਰਨ ਕਰਾਂਗੇ, ਫਿਰ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸ਼ਬਦ ਦੇ ਅੰਦਰ ਜੋਤ ਆਪਣੀ ਰੱਖਾਂਗੇ, ਜੁਗਤ ਪੰਜਾਂ ਪਿਆਰਿਆਂ ਨੂੰ ਅਸੀਂ ਬਖਸ਼ਿਸ਼ ਕਰਾਂਗੇ, ਪੰਜਾਂ ਦੀ ਸਿਰਜਣਾ ਕਰਾਂਗੇ, ਸਾਡੇ ਘਰ ਦੇ ਅੰਦਰ ਉਹ ਪ੍ਰਧਾਨ ਹੋਣਗੇ, ਉਹਨਾਂ ਦਾ ਕਿਹਾ ਹੋਇਆ ਬਚਨ ਪ੍ਰਵਾਨ ਹੋਵੇਗਾ। ਇਹ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਮਾਨ ਪਾਉਣਗੇ ਸਾਡੇ ਦਰ ਦੇ ਅੰਦਰ। ਇਹ ਸਤਿਗੁਰਾਂ ਜੀ ਨੇ ਸਿੱਧਾ ਨੂੰ ਵਾਕ ਕਹੇ ਸੀ। ਪੰਥ ਦੀ ਸਿਰਜਣਾ ਵਾਸਤੇ ਅਕਾਲ ਪੁਰਖ ਵਾਹਿਗੁਰੂ ਨੇ ਨਿਰੰਕਾਰ ਦੀ ਜੋਤ ਨੇ ਗੁਰੂ ਨਾਨਕ ਸਾਹਿਬ ਜੀ ਦੇ ਰੂਪ ਵਿੱਚ ਅਵਤਾਰ ਧਾਰਨ ਕੀਤਾ ਤੇ ਫਿਰ ਨਿਰੰਕਾਰ ਨੇ ਇਸ ਨਿਸ਼ਾਨੇ ਦੀ ਪੂਰਤੀ ਵਾਸਤੇ 10 ਜਾਮੇ ਧਾਰਨ ਕੀਤੇ ਹੈ। ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਪਰਖ ਕੀਤੀ ਸੀ ਨਾ, ਤੇ ਸਾਧ ਸੰਗਤ ਜੀ ਜਨਮ ਸਾਖੀ ਵਿੱਚ ਜ਼ਿਕਰ ਆਉਂਦਾ ਹੈ ਕਿ 24,000 ਸਿੱਖ ਸੰਗਤਾਂ ਸੀਗੀਆਂ ਜਦੋਂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਪਰਖ ਵਿੱਚ ਪਰਖਿਆ ਸੀਗਾ। ਤੇ ਇੰਨਿਆਂ ਸਿੱਖਾਂ ਵਿੱਚੋਂ ਕੇਵਲ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜਿਹੜੇ ਸੀ ਉਹ ਸਾਧ ਸੰਗਤ ਜੀ ਪੂਰੇ ਉਤਰੇ ਸੀ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਘਰ ਦੀ ਪ੍ਰਪਾਟੀ ਇਵੇਂ ਹੀ ਨਿਯਮ ਰੱਖਿਆ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਸੇਵਾ ਇਸ ਕਦਰ ਕੀਤੀ ਕਿ ਸੱਚੇ ਪਾਤਸ਼ਾਹ ਜੀ ਮਹਾਰਾਜ ਸੇਵਾ ਵੇਖ ਕੇ ਖੁਸ਼ ਹੋ ਗਏ। ਮਹਾਰਾਜ ਨੇ ਆਪ ਨੂੰ ਗੁਰਿਆਈ ਤਖਤ ਬਖਸ਼ਿਸ਼ ਕੀਤਾ। ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੂੰ ਪਰਖਿਆ ਗੁਰੂ ਅਮਰਦਾਸ ਸਾਹਿਬ ਜੀ ਨੇ, ਕਿਹਾ ਬਾਣੀ ਨੇ ਸਭ ਬਿਦ ਮਾਨਿਓ ਮਨ ਤਬ ਹੀ ਭਇਓ ਪ੍ਰਸੰਨ, ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਦੋਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਲਾਹੌਰ ਤੋਂ ਆ ਕੇ ਸ਼ਬਦ ਦਾ ਬੰਦ ਪੂਰਾ ਕੀਤਾ ਸੀ, ਉਸ ਸਮੇਂ ਬਾਬਾ ਬੁੱਢਾ ਸਾਹਿਬ ਜੀ ਤੋਂ ਰਾਏ ਲਈ ਪੁੱਛਿਆ, ਬਾਬਾ ਬੁੱਢਾ ਸਾਹਿਬ ਜੀ ਦੱਸੋ ਸਾਡੇ ਸਾਹਿਬਜ਼ਾਦੇ ਗੁਰਿਆਈ ਦੇ ਯੋਗ ਹੈ? ਤੇ ਬਾਬਾ ਬੁੱਢਾ ਸਾਹਿਬ ਨੇ ਹੱਥ ਜੋੜ ਕੇ ਆਖਿਆ, ਮਹਾਰਾਜ ਆਪਦਾ ਹੀ ਸਰੂਪ ਨੇ ਸੱਚੇ ਪਾਤਸ਼ਾਹ, ਜਿਨ੍ਹਾਂ ਉੱਤੇ ਤੁਸੀਂ ਪ੍ਰਸੰਨਤਾ ਧਰਦੇ ਹੋ ਮਹਾਰਾਜ ਉਹੋ ਹੀ ਯੋਗ ਹੋ ਸਕਦੇ ਹੈ। ਤੇ ਹਜੂਰ ਨੇ ਫਿਰ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੂੰ ਗੁਰਿਆਈ ਤਖਤ ਬਖਸ਼ਿਸ਼ ਕੀਤਾ। ਇਹ ਮਾਤਾ ਭਾਨੀ ਜੀ ਦਾ ਲਿਆ ਹੋਇਆ ਵਰ ਗੁਰੂ ਅਮਰਦਾਸ ਸਾਹਿਬ ਜੀ ਤੋਂ
ਹਜੂਰ ਨੇ ਕਿਹਾ ਸੀ ਸੀਸ ਦੇਣੇ ਪੈਣਗੇ। ਤੇ ਸਾਧ ਸੰਗਤ ਜੀ, ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸਤਿਗੁਰਾਂ ਜੀ ਨੇ ਤਤੀ ਤਵੀ ਤੇ ਬੈਠ ਕਰਕੇ ਸ਼ਹਾਦਤ ਪ੍ਰਾਪਤ ਕੀਤੀ। ਇਸ ਨਿਸ਼ਾਨੇ ਦੀ ਪੂਰਤੀ ਵਾਸਤੇ ਸਿੱਖਾਂ ਨੂੰ ਸ਼ਹਾਦਤ ਦਾ ਸਬਕ ਵੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸਿਖਾਇਆ। ਫਿਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜ਼ੁਲਮ ਦਾ ਨਾਸ਼ ਕਰਨ ਲਈ ਸਤਿਗੁਰਾਂ ਨੇ ਸ਼ਸਤਰ ਧਾਰਨ ਕੀਤੇ, ਗੁਰਿਆਈ ਤਖਤ ਤੇ ਸੁਭਾਏਮਾਨ ਹੋਏ। ਆਪ ਜੀ ਨੇ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਗੁਰਿਆਈ ਤਖਤ ਕੀਰਤਪੁਰ ਸਾਹਿਬ ਦੇ ਅੰਦਰ ਬਖਸ਼ਿਸ਼ ਕੀਤਾ। ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਨੇ ਵੱਡੇ ਪੁੱਤਰ ਨੇ ਗੁਰਬਾਣੀ ਦਾ ਸਤਿਕਾਰ ਨਹੀਂ ਸੀ ਕਾਇਮ ਰੱਖਿਆ, ਇਸ ਕਰਕੇ ਤਿਆਗ ਦਿੱਤਾ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਗੁਰਿਆਈ ਤਖਤ ਬਖਸ਼ਿਸ਼ ਕੀਤਾ। ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੇ ਦਿੱਲੀ ਵਿਖੇ ਜਦੋਂ ਹਜੂਰ ਜੋਤੀ ਜੋਤ ਸਮਾਏ, ਧਿਆਨ ਨਾਲ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀਆਂ ਪਰਿਕਰਮਾ ਕੀਤੀਆਂ ਤੇ ਗੁਰਿਆਈ ਤਖਤ ਮਹਾਰਾਜ ਜੀ ਨੇ ਸੌਂਪ ਦਿੱਤਾ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਮਹਾਰਾਜ ਧਰਮ ਦੀ ਰੱਖਿਆ ਕੀਤੀ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸਤਿਗੁਰੂ ਜੀ ਨੇ ਤਿਲਕ ਤੇ ਜੰਝੂ ਦੀ ਖਾਤਰ ਆਪਣੇ ਸ਼ੀਸ਼ ਦਾ ਬਲੀਦਾਨ ਦਿੱਤਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਸ਼ਹਾਦਤ ਤੋਂ ਪਹਿਲਾਂ ਮਹਾਰਾਜ ਜੀ ਨੇ ਸ਼ਲੋਕ ਜਿਹੜੇ ਸੀ ਉਹ ਲਿਖ ਕਰਕੇ ਭੇਜੇ ਤੇ ਨਾਲ ਗੁਰਿਆਈ ਤਖਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੌਂਪ ਦਿੱਤਾ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਤਖਤ ਤੇ ਸਤਿਗੁਰੂ ਜੀ ਸੁਭਾਏਮਾਨ ਹੋਏ ਹੈ, ਗਰੀਬ ਨਵਾਜ਼ ਸਤਿਗੁਰੂ ਜੀ ਦੇ ਤਕਰੀਬਨ ਸਾਧ ਸੰਗਤ ਜੀ ਸਰੀਰਕ 24 ਸਾਲ ਤੱਕ ਹਜੂਰ ਵੀ ਪਹਿਲਿਆਂ ਸਤਿਗੁਰਾਂ ਜੀ ਦੀ ਤਰ੍ਹਾਂ ਚਰਨ ਪੌਲ ਹੀ ਮਹਾਰਾਜ ਸੱਚੇ ਪਾਤਸ਼ਾਹ ਦਿੰਦੇ ਰਹੇ ਹੈ। ਇਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਮਰਿਆਦਾ ਚਲਾਈ ਹੈ। ਜੋ ਕਈ ਇਸ ਤਰ੍ਹਾਂ ਤਰਕ ਕਰਦੇ ਹੈ ਕਿ ਇਹ ਚਰਨ ਪੌਲ ਜੀ ਹੋ ਨਹੀਂ ਸਕਦੀ, ਇਹ ਤਾਂ ਕੋਲੋਂ ਬਣਾਈਆਂ ਗੱਲਾਂ, ਪਰ ਇਹਦੀ ਗਵਾਹੀ ਭਾਈ ਗੁਰਦਾਸ ਸਾਹਿਬ ਨੇ ਦਿੱਤੀ ਹੈ ਕਿ ਚਰਨ ਧੋਏ ਰਹਿਰਾਸ ਕਰ, ਚਰਨਾ ਅੰਮ੍ਰਿਤ ਸਿੱਖਾਂ ਭੁਲਾਇਆ। ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਚਰਨ ਪੌਲ ਦੇ ਕਰਕੇ ਹਜੂਰ ਸਿੱਖੀ ਦਿਆ ਕਰਦੇ ਸੀਗੇ। ਤੇ 10ਵੇਂ ਪਾਤਸ਼ਾਹ ਜੀ ਮਹਾਰਾਜ ਆਪ ਵੀ ਵੱਡਿਆਂ ਸਤਿਗੁਰਾਂ ਦੀ ਤਰ੍ਹਾਂ ਸਤਿਗੁਰੂ ਜੀ ਸਿੱਖੀ ਇਸੇ ਤਰ੍ਹਾਂ ਹੀ ਸਿੱਖਾਂ ਨੂੰ ਬਖਸ਼ਿਸ਼ ਕਰਦੇ ਰਹੇ। ਪਰ ਜਦੋਂ ਸਤਿਗੁਰਾਂ ਜੀ ਨੇ ਸ਼ਬਦ ਵਿੱਚ ਜੋਤ ਧਰਨੀ ਸੀ ਨਾ, ਤੇ ਇਸ ਮਰਿਆਦਾ ਨੂੰ ਫਿਰ ਸਤਿਗੁਰਾਂ ਜੀ ਨੇ ਤਬਦੀਲ ਕਰਨਾ ਸੀ। ਤੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਦੋਂ ਤੱਕ ਸਾਧ ਸੰਗਤ ਜੀ ਭੰਗਾਣੀ ਦਾ ਯੁੱਧ ਸਤਿਗੁਰਾਂ ਜੀ ਨੇ ਫਤਿਹ ਕੀਤਾ। ਸੱਚੇ ਪਾਤਸ਼ਾਹ ਜੀ ਮਹਾਰਾਜ ਸ਼੍ਰੀ ਆਨੰਦਪੁਰ ਸਾਹਿਬ ਆ ਕਰਕੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਪੰਥ ਦੀ ਸਿਰਜਣਾ ਕਰਨ ਦਾ ਸਮਾਂ ਆਇਆ ਜਾਣ ਕਰਕੇ ਸਾਧ ਸੰਗਤ ਜੀ ਹਜੂਰ ਨੇ ਇਹ ਵਿਸਾਖ ਦੀ ਸੰਗਰਾਂਦ ਦਾ ਦਿਨ ਜਿਹੜਾ ਸੀ ਇਹ ਮਹਾਰਾਜ ਨੇ ਚੁਣਿਆ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਹੁਕਮਨਾਮੇ ਸਾਹਿਬ ਜੋ ਮਹਾਰਾਜ ਜੀ ਨੇ ਆਪ ਆਪਣੇ ਦਸਖਤਾਂ ਥੱਲੇ ਜਾਰੀ ਕੀਤੇ ਸੀ ਕਿ ਅਸੀਂ ਆਪਣੀ ਸਿੱਖੀ ਨੂੰ ਕੋਈ ਨਵੀਂ ਦਿਸ਼ਾ ਪ੍ਰਦਾਨ ਕਰਨੀ ਹੈ, ਇਸ ਕਰਕੇ ਭਾਈ ਸਾਰੇ ਸਿੱਖ ਇਸ ਵਾਰ ਵਿਸਾਖ ਦੀ ਸੰਗਰਾਂਦ ਤੇ ਸ਼੍ਰੀ ਆਨੰਦਪੁਰ ਸਾਹਿਬ ਆਓ ਚੱਲ ਕਰਕੇ। ਤੇ ਬਹੁਤ ਸਮਾਂ ਪਹਿਲਾਂ ਹੀ ਸਾਧ ਸੰਗਤ ਜੀ ਜਿਹੜਾ ਸੀ ਨਾ ਇਕੱਠ ਹੋਣਾ ਸ਼ੁਰੂ ਹੋਇਆ। ਬੜੀਆਂ ਸੰਗਤਾਂ ਸ਼੍ਰੀ ਆਨੰਦਪੁਰ ਸਾਹਿਬ ਆਉਣ ਲੱਗੀਆਂ। ਸੱਚੇ ਪਾਤਸ਼ਾਹ ਜੀ ਮਹਾਰਾਜ ਕਿਵੇਂ ਹਜੂਰ ਤਿਆਰੀ ਕਰਦੇ ਆ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ, ਇਹ ਸਾਧ ਸੰਗਤ ਜੀ ਆਪਾਂ ਕੱਲ ਨੂੰ ਸਵਾਇਆ ਸਰਵਣ ਕਰਾਂਗੇ। ਮਰਿਆਦਾ ਦੇ ਪੱਖ ਤੋਂ ਕਿਉਂਕਿ ਇਹ ਜ਼ਰੂਰੀ ਹੈ, ਮਹਾਰਾਜ ਜੀ ਨੇ ਇਹ ਸ਼ਬਦ ਕਹੇ ਹੈ ਕਿ ਖਾਲਸਾ ਅਕਾਲ ਪੁਰਖ ਕੀ ਫੌਜ। ਜਿਹੜੀ ਫੌਜ ਹੁੰਦੀ ਹੈ ਉਹ ਕਾਇਦੇ ਤੇ ਕਾਨੂੰਨ ਵਿੱਚ ਫੌਜ ਅਖਵਾਉਂਦੀ ਹੈ। ਜੇ ਕੋਈ ਉਹਦਾ ਡਿਸਿਪਲਿਨ ਨਾ ਹੋਵੇ ਤੇ ਉਹ ਫਿਰ ਸਾਧ ਸੰਗਤ ਜੀ ਫੌਜ ਨਹੀਂ ਹੁੰਦੀ। ਜਿਹੜੀ ਖਾਲਸੇ ਦੀ ਰਹਿਤ ਬੈਨਾ ਇਹ ਖਾਲਸੇ ਦਾ ਡਿਸਿਪਲਿਨ ਹੈ, ਇਹ ਖਾਲਸੇ ਦੇ ਕਾਇਦੇ ਤੇ ਕਾਨੂੰਨ ਹਨ। ਜੋ ਸਾਧ ਸੰਗਤ ਜੀ ਕਈਆਂ ਦੇ ਜਿਹੜੇ ਅਯੋਗ ਕਰਮ ਹੁੰਦੇ ਆ ਉਹ ਕਹਿ ਦਿੰਦੇ ਆ ਜੀ ਫਕੀਰ ਬਿਰਤੀ ਹੈ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਖਾਲਸਾ ਇਹ ਨਹੀਂ ਕਿ ਮਰਿਆਦਾ ਤੋਂ ਉਲਟ ਕਰਮ ਕਰੇ ਤੇ ਫਿਰ ਕਹੇ ਜੀ ਫਕੀਰ ਬਿਰਤੀ ਹੈ, ਨਹੀਂ, ਐਸਾ ਨਹੀਂ ਹੋ ਸਕਦਾ। ਫਕੀਰ ਵੀ ਮਹਾਰਾਜ ਜੀ ਨੇ ਸੰਤ ਵੀ ਬਣਾਇਆ ਹੈ, ਪਰ ਉਹ ਵਾਹਿਗੁਰੂ ਦੇ ਬਣਾਏ ਹੋਏ ਪਰਮੇਸ਼ਰ ਦੀ ਰਜ਼ਾ ਵਿੱਚ ਚੱਲਣ ਦੇ ਜਿਹੜੇ ਕਾਇਦੇ ਕਾਨੂੰਨ ਹੈ
ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕੀਤੇ ਹੈ। ਤੇ ਵਿਸਾਖੀ ਦਾ ਪੁਰਬ ਆਵੇ, ਜਿੱਥੇ ਆਪਾਂ ਇਤਿਹਾਸ ਸੁਣਦੇ ਹਾਂ, ਸਾਨੂੰ ਉਹ ਕਾਇਦੇ ਕਾਨੂੰਨ ਸੁਣਨੇ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਉਹਨਾਂ ਕਾਇਦਿਆਂ ਵਿੱਚ ਰਹਿੰਦਿਆਂ, ਉਸ ਡਿਸਿਪਲਿਨ ਵਿੱਚ ਰਹਿੰਦਿਆਂ, ਉਸ ਮਰਿਆਦਾ ਵਿੱਚ ਰਹਿੰਦਿਆਂ ਹੀ ਅਸੀਂ ਖਾਲਸਾ ਪੰਥ ਦੇ ਮੈਂਬਰ ਬਣ ਸਕਦੇ ਹਾਂ। ਨਹੀਂ ਤੇ ਫਿਰ ਮਹਾਰਾਜ ਜੀ ਨੇ ਇਹ ਕਿਹਾ, ਰਹਿਤ ਬਿਨਾ ਨਹਿ ਸਿੱਖ ਕਹਾਵੈ, ਰਹਿਤ ਬਿਨਾ ਦਰ ਚੋਟਾਂ ਖਾਵੈ। ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਮੇਰੀ ਇਸ ਰਹਿਤ ਵਿੱਚ ਦਸੀ ਵਿੱਚ ਕਾਇਮ ਨਹੀਂ ਨਾ ਰਹੇਗਾ, ਉਹ ਮਹਾਰਾਜ ਕਹਿੰਦੇ ਭਾਈ ਸਿੱਖ ਨਹੀਂ ਕਹਾ ਸਕਦਾ, ਉਹ ਸਿੰਘ ਨਹੀਂ ਕਹਾ ਸਕਦਾ, ਤੇ ਉਹਨੂੰ ਮਹਾਰਾਜ ਕਹਿੰਦੇ ਭਾਈ ਚੋਟਾਂ ਖਾਣੀਆਂ ਪੈਣਗੀਆਂ। ਇਹ ਸਤਿਗੁਰਾਂ ਜੀ ਨੇ ਰਹਿਤ ਦੱਸੀ ਹੈ। ਜਦੋਂ ਮਹਾਰਾਜ ਜੀ ਨੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਨਾ, ਉਦੋਂ ਸਤਿਗੁਰਾਂ ਜੀ ਨੇ ਇਹ ਸਾਧ ਸੰਗਤ ਜੀ ਨਿਯਮ ਤੇ ਉਪਨਿਯਮ ਮਹਾਰਾਜ ਜੀ ਨੇ ਦ੍ਰਿੜਾਏ ਸੀ। ਸੱਚੇ ਪਾਤਸ਼ਾਹ ਨੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਮਹਾਰਾਜ ਨਿਤਨੇਮ ਦੀ ਬਖਸ਼ਿਸ਼ ਕੀਤੀ। ਇਹ ਆਪਾਂ ਕੇਵਲ ਅੱਜ ਇਹ ਨਿਤਨੇਮ ਬਾਰੇ ਹੀ 10 ਕੁ ਮਿੰਟ ਲਾ ਕਰਕੇ ਫਿਰ ਆਪਾਂ ਸਾਧ ਸੰਗਤ ਜੀ ਕਥਾ ਲੜੀਵਾਰ ਆਰੰਭ ਕਰਾਂਗੇ। ਜਦੋਂ ਅੰਮ੍ਰਿਤ ਦੀ ਦਾਤ ਬਖਸ਼ੀ ਜਾਂਦੀ ਹੈ, ਉਸ ਸਮੇਂ ਕਿਹਾ ਜਾਂਦਾ ਹੈ ਕਿ ਅੱਜ ਤੋਂ ਤੁਹਾਡਾ ਪਿਛਲਾ ਜਾਤ ਪਾਤ ਗੋਤ ਸਭ ਨਾਸ ਹੋ ਚੁੱਕਾ ਹੈ, ਗੁਰੂ ਘਰ ਵਿੱਚ ਜਨਮ ਹੋਇਆ ਹੈ। ਤੇ ਪਹਿਲਾਂ ਸਾਧ ਸੰਗਤ ਜੀ ਹੁਣ ਤਾਂ ਇਹ ਰਵਾਇਤ ਘਟਦੀ ਜਾਂਦੀ ਹੈ, ਅੰਮ੍ਰਿਤ ਛਕਣ ਤੋਂ ਉਪਰੰਤ ਜਿਹੜਾ ਸੀ ਨਾ, ਨਾਮ 5 ਪਿਆਰਿਆਂ ਵੱਲੋਂ ਦਿੱਤਾ ਜਾਂਦਾ ਸੀ। ਜਦੋਂ ਬੱਚੇ ਦਾ ਜਨਮ ਹੋਵੇ ਤੇ ਉਹਦਾ ਨਾਮ ਧਰਿਆ ਜਾਂਦਾ ਨਾ, ਨਾਮਕਰਨ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਦਲਾਂ ਪੰਥਾਂ ਵਿੱਚ ਵੀ ਜਿਹੜਾ ਸੀ ਉਹ ਨਾਮਕਰਨ ਕੀਤਾ ਜਾਂਦਾ ਸੀਗਾ। ਤੇ ਜੇ ਕੋਈ ਕਰਵਾਉਣਾ ਚਾਹੇ, ਹੁਣ ਇਸ ਤਰ੍ਹਾਂ ਵੀ ਕਹਿ ਦਿੰਦੇ ਆ ਨਾ ਕਿ ਜੇ ਭਾਈ ਤੁਸੀਂ ਨਾਂ ਆਪਣਾ ਬਦਲੀ ਕਰਵਾਉਣਾ ਹੈ ਤੇ ਫਿਰ ਉਹ ਕਰਵਾ ਸਕਦਾ, ਜਿਹੜਾ ਨਹੀਂ ਪਹਿਲਾਂ ਵਾਲਾ ਰੱਖਣਾ ਚਾਹੁੰਦਾ ਤੇ ਪਹਿਲਾਂ ਵਾਲਾ ਵੀ ਰੱਖ ਸਕਦਾ। ਪਰ ਤਖ਼ਤ ਸਾਹਿਬ ਤੇ ਵੀ ਜਦੋਂ ਅੰਮ੍ਰਿਤ ਸੰਚਾਰ ਹੁੰਦਾ ਨਾ, ਉਦੋਂ ਸਾਧ ਸੰਗਤ ਜੀ ਸਤਿਗੁਰਾਂ ਜੀ ਦੇ ਆਏ ਹੋਏ ਸ਼੍ਰੀ ਮੁਖਵਾਕ ਤੇ ਇੱਕ ਇੱਕ ਸ਼ਬਦ ਤੋਂ ਜਿਹੜੇ ਆ ਉਹ ਨਾਮ ਰੱਖੇ ਜਾਂਦੇ ਆ। ਤੇ ਅੰਮ੍ਰਿਤ ਛਕਣ ਦਾ ਨਾਮ ਹੁਣ ਤਾਂ ਪਤਾ ਨਹੀਂ, ਤਕਰੀਬਨ ਤਰਨਾ ਦਲ ਵਿੱਚ, ਬੁੱਢਾ ਦਲ ਵਿੱਚ ਜਦੋਂ ਉਹਨਾਂ ਦੇ ਲਾਇਸੈਂਸ ਬਣਦੇ ਹੁੰਦੇ ਸੀਗੇ ਤੇ ਅੰਮ੍ਰਿਤ ਛਕੇ ਵਾਲਾ ਹੀ ਨਾਮ ਲਿਖਿਆ ਜਾਂਦਾ ਸੀ। ਤੇ ਜਦੋਂ ਕੋਈ ਕਚਹਿਰੀਆਂ ਵਿੱਚ ਜਾਂ ਕੋਰਟਾਂ ਵਿੱਚ ਕੋਈ ਕੰਮ ਕਿਸੇ ਨੂੰ ਪੈ ਜਾਵੇ ਤੇ ਉਹ ਫਿਰ ਪੁੱਛਦੇ ਕਿਸੇ ਕਿ ਤੇਰਾ ਪਹਿਲਾ ਨਾਮ ਕਿਹੜਾ ਹੈ। ਉਹ ਪਹਿਲਾ ਨਾਮ ਜਿਹੜਾ, ਕਿਉਂਕਿ ਉਹਨਾਂ ਦੇ ਕਾਗਜ਼ਾਂ ਪੱਤਰਾਂ ਤੇ ਉਹ ਨਾਮ ਚੜਿਆ ਹੋਣ ਕਰਕੇ, ਇਸ ਕਰਕੇ ਉਹ ਵੀ ਨਾਮ ਦੱਸਣਾ ਪੈਂਦਾ ਸੀ। ਲਿਖਿਆ ਹੁੰਦਾ ਸੀ ਨਾਲ ਕਿ ਅੰਮ੍ਰਿਤ ਛਕੇ ਦਾ ਨਾਮ ਇਹ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਇਹ ਸਾਧ ਸੰਗਤ ਜੀ ਅੰਮ੍ਰਿਤ ਦੀ ਦਾਤ ਦਿੱਤੀ ਤੇ ਪਿਛਲਾ ਜਾਤ ਪਾਤ ਗੋਤ ਸਭ ਧੋ ਦਿੱਤਾ। ਨਗੁਰੇ ਪੁਣੇ ਦੀ ਝੂਠ ਨੂੰ ਲਾਹ ਕਰਕੇ ਪ੍ਰਾਣੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਘਰ ਦੇ ਅੰਦਰ ਜਨਮ ਲੈ ਲੈਂਦਾ ਹੈ। ਤੇ ਜਦੋਂ ਸਤਿਗੁਰ ਕੇ ਜਨਮੇ ਗਵਨ ਮਟਾਇਆ, ਜੇ ਸਤਿਗੁਰੂ ਦੇ ਘਰ ਜਨਮ ਹੋ ਗਿਆ ਨਾ ਤੇ ਫਿਰ ਆਵਾ ਗਾਉਣ ਦੇ ਚੱਕਰ ਤੋਂ ਨਿਕਲ ਜਾਵਾਂਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਘਰ ਵਿੱਚ ਜਦੋਂ ਜਨਮ ਹੁੰਦਾ ਹੈ, ਫਿਰ ਮਹਾਰਾਜ ਆਪਣੀ ਆਇਡੈਂਟੀ ਦਿੱਤੀ ਹੈ। ਸੱਚੇ ਪਾਤਸ਼ਾਹ ਨੇ ਆਪਣੀ ਪਹਿਚਾਨ ਦਿੱਤੀ ਹੈ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਹਿਚਾਨ ਕੀ ਹੈ? ਸੱਚੇ ਪਾਤਸ਼ਾਹ ਜੀ ਮਹਾਰਾਜ ਸੋਢ ਵੰਸ਼ ਦੇ ਅੰਦਰ ਸਤਿਗੁਰਾਂ ਜੀ ਦਾ ਅਵਤਾਰ ਹੋਇਆ ਹੈ। ਉਹ ਪਵਿੱਤਰ ਵੰਸ਼ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੇ ਸਤਿਕਾਰਯੋਗ ਦਾਦਾ ਹਨ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀ ਦੇ ਸਤਿਕਾਰਯੋਗ ਪਿਤਾ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਨੂੰ ਆਪਣੀ ਪਹਿਚਾਨ ਦਿੱਤੀ ਗਰੀਬ ਨਵਾਜ਼ ਨੇ। ਕੀ ਫਿਰ ਕਿਹਾ, ਜਦੋਂ ਦੱਸਿਆ ਜਾਂਦਾ ਨਾ ਅੰਮ੍ਰਿਤ ਛਕਦਾ ਕੋਈ, ਤੇ ਅੱਜ ਤੋਂ ਭਾਈ ਸਾਡੇ ਧਰਮ ਦੇ ਪਿਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਹਨ। ਖਾਲਸੇ ਦੇ ਮਾਤਾ ਹੋਣ ਦਾ ਮਾਣ ਜਿਹੜਾ ਸੀ, ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਮਾਤਾ ਸਾਹਿਬ ਕੌਰ ਜੀ ਨੂੰ ਦਿੱਤਾ। ਭਾਵੇਂ ਕਿ ਜਦੋਂ ਅੰਮ੍ਰਿਤ ਸੰਚਾਰ ਹੋਇਆ ਉਦੋਂ ਮਾਤਾ ਜੀ ਅਜੇ ਗੁਰੂ ਸਾਹਿਬ ਦੀ ਸ਼ਰਨ ਵਿੱਚ ਨਹੀਂ ਸੀ ਆਏ। ਜਿਹੜੇ ਪਤਾਸੇ ਪਾਉਣ ਦੀ ਸੇਵਾ ਇਹ ਮਾਤਾ ਅਜੀਤ ਕੌਰ ਜੀ ਨੇ ਕੀਤੀ ਹੈ।
पर सच्चे पातशाह जी महाराज ने पुत्र की इच्छा जान करके पंथ जिहड़ा सी माता साहब कौर जी की झोली च पाया। इस करके जदों दसिया जाता है तो कहा जाता है कि भाई अज तो साडे माता साहब कौर जी हैं। जन्म खालसे का तख्त श्री केसगढ़ साहब का है, जिहड़ा जिथे सतगुरां जी का विआह कारज होया सी ना माता अजीत कौर जी नाल, उहदा नाम है गुरु का लाहौर, ते पंथ उहनूं अपने नानके अस्थान मनदा है। ते इस करके नानका अस्थान किहड़ा है? गुरु का लाहौर है। ये सच्चे पातशाह जी ने अपनी पूरी आइडेंटिटी दिती है। थां नगर ये सारा सतगुरां जी ने सानू बख्शिश कीता है कि किथे पंथ की सिरजना हुई है। तख्त श्री केसगढ़ साहब जी के पावन अस्थान ते सच्चे पातशाह जी महाराज जदों अमृत की दात दिती, हथ विच सतगुरां जी ने श्री साहब पकड़ी हुई सीगी, ते गरीब नवाज सच्चे पातशाह जी महाराज ने सब तो पहला बाणियां दा नितनेम सच्चे पातशाह जी महाराज दर्शाया। जिस बाणी नूं पढ़ करके अमृत तैयार कीता ना, ओहो ही सतगुरां जी ने बाणी गुरसिख दे जीवन दे अंदर बख्शिश कीती है। नितनेम दसिया है जिहड़ा रोज करन वाला निजम है। नेम ओ जिहड़ा रोज निभाया जावे, नित कीता जावे। ये नहीं है कि 2 दिन कीता तो फिर तीजे दिन कर लिया, जां कई दिन मैं बड़ा रुझेवां सीगा इस करके नहीं कर सकिया। साध संगत जी, जिवें जिउंदे रहण वास्ते मनुख नूं भोजन जरूरी है ना, ते नहीं जींदा रह सकदा, इवें सच्चे पातशाह जी ने कहा कि खालसा जी नितनेम तुहाडा भोजन मैं, तुहाडी खुराक वै। जे ये बाणी दा नितनेम नहीं रोज करोगे ते महाराज कहंदे फिर जिउंदे नहीं रह सकदे, फिर खालसा नहीं बन सकोगे। फिर वेखण नूं खालसा होऊगा पर खालसे वाली महाराज कहंदे भाई जीवन जिंदगी जुगत जिहड़ी है तुहाडे कोल नहीं रहेगी। वो सच्चे पातशाह जी महाराज ने नितनेम जिहड़ा साध संगत जी फिर 5 बाणियां दा बख्शिश कीता। सच्चे पातशाह जी महाराज ने जपजी साहब की बाणी हजूर ने आख्या कि खालसा जी ये ब्रह्म ज्ञान की प्राप्ति वास्ते है। जपजी साहब की बाणी पढ़न नाल गुरसिख दा हृदा बहुत विशाल हुंदा है। इस पूरे ब्रह्मंड की उन्होंने ज्ञात हुंदी है। पवित्र जपजी साहब की बाणी की महिमा साध संगत जी सतगुरां जी ने जिमें कुजे विच समुंदर बंद करीदा है, ये सतगुरां जी ने वाक कहे कि जिन्हें भाई हरेक तरह का मन के अंदर सुख का भाव प्राप्त करना है, वो जपजी साहब की बाणी सच्चे पातशाह जी की प्यार नाल पढ़े। दूसरी बाणी सच्चे पातशाह ने श्री जाप साहब जी की बख्शिश की, जिहदे विच परमेश्वर दे अगे नमस्कारां कीतियां गईयां। ये नमस्कारत बाणी है। वाहिगुरू दे तट सती लखण कथन कीते गए है। फिर साध संगत जी तीसरी बाणी सवैये हन अमृत सवैये, श्रावक सुध समूह सिधान के वाले। ये बाणी बैराग पैदा करदी है हृदय दे अंदर, संसार नूं मिथ्या दर्शाउंदी है सच्चे पातशाह जी दी पवित्र बाणी। चौथी बाणी महाराज चौपाई साहब की बख्शिश की है, जो साध संगत जी संपूर्ण चौपाई साहब का पाठ करना है सवैये ते दोहरे समेत, जो सतगुरां जी ने बख्शिश किया। जो दुष्ट दोख ते लिहो बचाई तक ही पढ़ते हैं ना, वो इस करके तर्क देंदे है कि अगे आउंदा किरपा करी हम पर जगमाता। एक ही है शेरां वाली माता है, इस करके नहीं ये पंक्ति पढ़नी। ते महाराज ने तो फिर बाणी दे अंदर भी बहुत शब्द कहे, हर जी माता, हर जी पिता, हर जीओ प्रतपालक। ते फिर उत्थे भी आपां पंक्तियां कट दांगे कि नहीं ये तो माता की गल हो रही है। महाराज परमेश्वर नूं ही संबोधन हो करके कहिंदे है कि हे माता स्वरूप वाहिगुरू साडे ते किरपा रखनी। सच्चे पातशाह जी महाराज की बाणी नूं जदों मनुख अपनी बुद्धि नाल तोलण लग जावे ते फिर साध संगत जी की है कि उहदे विच वाद घाट करन दा यतन करे। पूरे गुरु जी की बाणी भी पूरी है, इस करके सिख नूं शंका नहीं करनी चाहिदी। ते साध संगत जी फिर 5वें थां ते सच्चे पातशाह जी ने आनंद साहब जी की बाणी बख्शिश की, जो जीवन मुक्ति का आनंद मानण वास्ते है।
40 ਪੌੜੀਆਂ ਵਾਲਾ ਸੰਪੂਰਨ ਸ਼੍ਰੀ ਆਨੰਦ ਸਾਹਿਬ ਜੀ ਦਾ ਪਾਠ ਕਰਨਾ, ਸ਼ਾਮ ਨੂੰ ਰਹਿਰਾਸ ਸਾਹਿਬ ਜੀ ਦਾ ਪਾਠ ਕਰਨਾ, ਰਾਤ ਨੂੰ ਬਰਾਜਣ ਲੱਗਿਆਂ ਸਰਾਣੇ ਵਾਲੇ ਪਾਸੇ ਮੁਖ ਕਰਕੇ ਇਕਾਗਰ ਚਿੱਤ ਹੋ ਕਰਕੇ ਕੀਰਤਨ ਸੋਹਲੇ ਜੀ ਦਾ ਪਾਠ ਕਰਨਾ। ਇਹ ਸਾਧ ਸੰਗਤ ਜੀ ਵੇਖ ਲਓ, ਇਸਲਾਮ ਵਿੱਚ ਮੁਸਲਮਾਨਾਂ ਨੂੰ 5 ਨਮਾਜ਼ਾਂ ਨੇ ਤੇ ਹਿੰਦੂ ਮਤ ਵਿੱਚ 3 ਸਮੇਂ ਜਿਹੜੀ ਉਹ ਸੰਧਿਆ ਕਰਨ ਦੀ ਮਰਿਆਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਸਾਨੂੰ ਸਵੇਰ ਦੇ ਵਕਤ ਦਾ ਨਿਤਨੇਮ ਦਿੱਤਾ, ਸ਼ਾਮ ਦਾ ਤੇ ਰਾਤ ਨੂੰ ਸੌਣ ਲੱਗਿਆਂ ਕੀਰਤਨ ਸੋਹਲੇ ਦਾ ਨਿਤਨੇਮ ਮਹਾਰਾਜ ਬਖਸ਼ਿਸ਼ ਕੀਤਾ। ਇਹਨਾਂ ਬਾਣੀਆਂ ਦੀ ਮਹਿਮਾ ਦਾ ਬਹੁਤ ਵਿਸਥਾਰ ਹੈ, ਪਰ ਮੈਂ ਸੰਖੇਪ ਵਿੱਚ ਬੇਨਤੀ ਕਰ ਰਿਹਾ। ਸਤਿਗੁਰਾਂ ਜੀ ਨੇ ਆਗਿਆ ਕੀਤੀ ਸੀ ਕਿ ਭਾਈ ਜਿਹੜਾ ਰਹਿਰਾਸ ਸਾਹਿਬ ਨਹੀਂ ਪੜ੍ਹਦਾ ਨਾ, ਹੋਰ ਕਿੰਨੀ ਉਹਨੇ ਬੰਦਗੀ ਕੀਤੀ, ਕਿੰਨਾ ਜਪ ਤਪ ਕੀਤਾ, ਉਹਨੂੰ ਸੱਚਖੰਡ 'ਚ ਥਾਂ ਨਹੀਂ ਮਿਲ ਸਕਦਾ। ਰਹਿਰਾਸ ਸਾਹਿਬ ਜੀ ਦਾ ਪਾਠ ਕਰਨ ਨਾਲ ਹੀ ਸੱਚਖੰਡ ਵਿੱਚ ਥਾਂ ਪ੍ਰਾਪਤ ਹੁੰਦੀ ਹੈ। ਕੀਰਤਨ ਸੋਹਲੇ ਦਾ ਪਾਠ ਕਰਨ ਨਾਲ ਸਾਧ ਸੰਗਤ ਜੀ ਕੀ ਮਹਿਮਾ ਹੈ ਕਿ ਜੇ ਜੀਵ ਕਿਤੇ ਰਾਤ ਚੜ੍ਹਾਈ ਵੀ ਕਰ ਜੇ ਤੇ ਟੇਢੀਆਂ ਜੂਨਾਂ 'ਚ ਨਹੀਂ ਜਾਂਦਾ, ਮਹਾਰਾਜ ਰੱਖਿਆ ਕਰਦੇ ਹੈ। ਭੈੜੇ ਸੁਪਨੇ ਗੰਦੇ ਫੁਰਨੇ ਆਦਿਕ ਨਹੀਂ ਫੁਰਦੇ, ਕਿਉਂਕਿ ਸੁੱਤੇ ਪਿਆਂ ਜਦੋਂ ਅਵਿਦਿਆ ਆ ਜਾਂਦੀ ਹੈ, ਸਤਿਗੁਰੂ ਜੀ ਦੇ ਸ਼ਬਦ ਦਾ ਆਵਾਹਨ ਕਰਕੇ ਜੇ ਬਰਾਜੇ ਹੋਈਏ ਤੇ ਸ਼ਬਦ ਤਾਂ ਸਦਾ ਜਾਗਦਾ, ਸ਼ਬਦ ਦਾ ਕੋਟ ਹੋ ਜਾਂਦਾ ਹੈ। ਇਹ ਸਾਖੀ ਪ੍ਰਚਲਿਤ ਹੈ, ਗੁਰਮੁਖਾਂ ਨੇ ਸੁਣੀ ਹੈ ਕਿ ਕਿਵੇਂ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦੇ ਵਕਤੋਂ ਵਪਾਰੀ ਦੇ ਦੁਆਲੇ ਕੋਟ ਹੋ ਜਾਂਦਾ ਸੀਗਾ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਇਹ ਰੋਜ਼ ਦਾ ਨਿਯਮ ਬਖਸ਼ਿਸ਼ ਕੀਤਾ ਹੈ। ਪੁਰਾਤਨ ਗੁਰਸਿੱਖਾਂ ਨੇ ਸਾਧ ਸੰਗਤ ਜੀ ਕੁਝ ਚੋਣਵੀਆਂ ਬਾਣੀਆਂ ਜਿਹੜੀਆਂ ਸੀ ਨਾ, ਉਹਨਾਂ ਨੂੰ ਇਕੱਤਰ ਕਰਕੇ 5 ਗ੍ਰੰਥੀ ਦਾ ਨਿਤਨੇਮ ਬਣਾਇਆ ਤੇ 5 ਗ੍ਰੰਥੀ ਦਾ ਨਿਤਨੇਮ ਵੀ ਤਕਰੀਬਨ ਪੁਰਾਤਨ ਗੁਰਸਿੱਖ 5 ਗ੍ਰੰਥੀ ਦਾ ਨਿਤਨੇਮ ਨਿਯਮ ਨਾਲ ਕਰਦੇ। ਕਈ ਐਸੀਆਂ ਵੀ ਵਡਭਾਗੀ ਰੂਹਾਂ ਨੇ ਜਿਨ੍ਹਾਂ ਉੱਤੇ ਸਤਿਗੁਰੂ ਆਪਣੀ ਮਿਹਰ ਧਰਦੇ ਆ, ਉਹਨਾਂ ਨੂੰ ਇਹ 5 ਗ੍ਰੰਥੀ ਦਾ ਨਿਤਨੇਮ ਜ਼ਬਾਨੀ ਯਾਦ ਹੁੰਦਾ ਹੈ। ਤੇ ਸਾਧ ਸੰਗਤ ਜੀ ਫਿਰ 10 ਗ੍ਰੰਥੀ ਦਾ ਨਿਤਨੇਮ ਗੁਰਸਿੱਖਾਂ ਨੇ ਬਣਾਇਆ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਇਹ ਪਵਿੱਤਰ ਬਾਣੀ ਦਾ ਜਾਪ ਗੁਰਸਿੱਖ ਕਰਦੇ ਹੈ। ਸੁਖਮਨੀ ਸਾਹਿਬ ਜੀ ਦਾ ਪਾਠ, ਸ੍ਰੀ ਆਸਾ ਜੀ ਦੀ ਵਾਰ ਦਾ ਪਾਠ, ਇਹ ਬਾਣੀ ਦਾ ਜਿੰਨਾ ਵੀ ਨਿਤਨੇਮ ਸਾਧ ਸੰਗਤ ਜੀ ਸਤਿਗੁਰਾਂ ਆਗਿਆ ਕੀਤੀ ਵੀ ਆਪਣੇ ਜੀਵਨ ਦੇ ਅੰਦਰ ਵਧਾਓਗੇ, ਬਾਣੀ ਤੁਹਾਨੂੰ ਆਪਣੇ ਵਰਗਾ ਹੀ ਬਣਾ ਲਏਗੀ ਜਿਹੋ ਜੀ ਬਾਣੀ ਆਪ ਹੈ। ਕਿਉਂਕਿ ਬਾਣੀ ਸਦਾ ਅਬਨਾਸ਼ੀ ਹੈ। ਸਤਿਗੁਰਾਂ ਦਾ ਸ਼ਬਦ ਜਿਹੜਾ ਸਦਾ ਅਟਲ ਹੈ, ਸਤਿ ਹੈ। ਇਸ ਕਰਕੇ ਜਿਹੜਾ ਸ਼ਬਦ ਨਾਲ ਜੁੜ ਜਾਂਦਾ ਨਾ, ਸਤਿਗੁਰਾਂ ਜੀ ਨੇ ਕਿਹਾ ਸੀ ਕਿ ਆਤਮ ਰਸ ਜੋ ਜਾਣਹੀ ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹਨ ਭੇਵ। ਥੋੜਾ ਜਿੰਨਾ ਵੀ ਮਹਾਰਾਜ ਕਹਿੰਦੇ ਭਾਈ ਸਾਡੇ ਵਿੱਚ ਵਾਹਿਗੁਰੂ ਵਿੱਚ ਤੇ ਉਸ ਸਿੱਖ ਵਿੱਚ ਫਰਕ ਨਹੀਂ ਰਹੇਗਾ ਜਿਹੜਾ ਆਤਮਾ ਦਾ ਰਸ ਰੋਜ਼ ਚੱਖੇਗਾ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਨਿਤ ਦਾ ਨੇਮ ਜਿਹੜਾ ਸੀ ਉਹ ਬਖਸ਼ਿਸ਼ ਕੀਤਾ। ਇਹ ਪਹਿਲਾ ਨਿਯਮ ਮਹਾਰਾਜ ਜੀ ਨੇ ਧਰਿਆ ਤੇ ਹਜੂਰ ਨੇ ਆਗਿਆ ਕੀਤੀ ਕਿ ਅੰਮ੍ਰਿਤ ਵੇਲੇ ਦਾ ਜਾਗਣਾ ਹੈ। ਅੰਮ੍ਰਿਤ ਵੇਲੇ ਉੱਠ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹ ਨਿਤ ਦਾ ਨੇਮ ਕਰਨ ਦਾ ਜਿਹੜਾ ਨਿਯਮ ਸੀ ਇਹ ਦ੍ਰਿੜਾਇਆ। ਅੰਮ੍ਰਿਤ ਵੇਲੇ ਉੱਠ ਕੇ ਕਿਰਿਆ ਕਿਵੇਂ ਸੋਧਣੀ ਹੈ ਉਹ ਵੀ ਵਿਸ਼ੇਸ਼ ਕਰਕੇ ਜਿਵੇਂ ਜ਼ਿਕਰ ਆਵੇਗਾ ਫਿਰ ਆਪਾਂ ਜ਼ਿਕਰ ਕਰਾਂਗੇ। ਜਿਹੜਾ ਸਾਧ ਸੰਗਤ ਜੀ ਰੋਜ਼ ਦਾ ਨਿਯਮ ਹੈ ਨਾ, ਇਹ ਤਾਂ ਰੋਜ਼ ਦਾ ਹੀ ਨਿਯਮ ਆ, ਫਿਰ ਇਹਨੂੰ ਕਦੇ ਤੋੜਨਾ ਨਹੀਂ ਚਾਹੀਦਾ। ਜਿਵੇਂ ਭੋਜਨ ਤੋਂ ਬਿਨਾਂ ਨਹੀਂ ਆਪਾਂ ਬਚ ਸਕਦੇ, ਐਵੇਂ ਗੁਰਸਿੱਖ ਨੂੰ ਨਿਤਨੇਮ ਤੋਂ ਬਿਨਾਂ ਜਿਹੜਾ ਹੈ ਬੜਾ ਆਪਣਾ ਮਨ ਜਿਹੜਾ ਉਸ ਸਮੇਂ ਦੁੱਖ ਪ੍ਰਤੀਤ ਕਰਨਾ ਚਾਹੀਦਾ। ਤੇ ਜਿਨ੍ਹਾਂ ਨੂੰ ਪ੍ਰਤੀਤ ਹੁੰਦੀ ਹੈ ਨਾ ਮਨ ਦੇ ਅੰਦਰ, ਭਰੋਸਾ ਹੁੰਦਾ ਹੈ ਤੇ ਪਿਆਰ ਹੁੰਦਾ ਹੈ, ਜੇ ਉਹਨਾਂ ਦੇ ਨਿਯਮ ਵਿੱਚ ਫਰਕ ਪਵੇ ਤੇ ਉਹਨਾਂ ਨੂੰ ਇਉਂ ਲੱਗਦਾ ਜਿਵੇਂ ਕਿਸੇ ਅਮਲੀ ਦਾ ਅਮਲ ਟੁੱਟ ਗਿਆ ਹੋਵੇ। ਬੜਾ ਚਿੱਤ ਦੁਖੀ ਹੁੰਦਾ ਹੈ। ਨਿਤਨੇਮ ਕਰਕੇ ਹੀ ਫੇਰ ਕਿਸੇ ਹੋਰ ਕੰਮ ਵਿੱਚ ਲੱਗਦੇ ਹੈ। ਅੰਮ੍ਰਿਤ ਵੇਲੇ ਦਾ ਨਿਯਮ ਨਹੀਂ ਖਜਾਉਂਦੇ, ਸਤਿਗੁਰੂ ਜੀ ਦੇ ਬਾਣੀ ਦਾ ਨਿਤਨੇਮ ਨਹੀਂ ਖਜਾਉਂਦੇ। ਤੇ ਜੇ ਸਾਡੇ ਜੀਵਨ ਦੇ ਅੰਦਰੋਂ 5 ਬਾਣੀਆਂ ਦਾ ਨਿਤਨੇਮ ਹੀ ਖੁੱਸਿਆ ਹੋਵੇ ਤੇ ਫਿਰ ਤੁਸੀਂ ਅੰਮ੍ਰਿਤ ਧਾਰੀ ਹੋਵੋ ਤੇ ਅਰਦਾਸ ਕਰਾਓ ਮਹਾਰਾਜ ਦੇ ਅੱਗੇ ਕਿ ਸੁੱਖ ਚਾਹੀਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿਣਗੇ ਨਹੀਂ ਸਿੱਖਾ ਮੈਂ ਤੈਨੂੰ ਸੁੱਖ ਦਾ ਰਾਹ ਦੱਸਿਆ ਤੇ ਤੂੰ ਉਹ ਤਾਂ ਰਾਹ ਅਪਣਾਉਂਦਾ ਨਹੀਂ ਤੇ ਆ ਕੇ ਸਾਡੇ ਕੋਲੋਂ ਸੁੱਖ ਮੰਗਦਾ, 5 ਬਾਣੀਆਂ ਪੜ੍ਹਦਾ ਨਹੀਂ।
5 ਬਾਣੀਆਂ ਜੇ ਪੜ੍ਹਦਾ ਹੋਵੇ ਤਾਂ ਉਹ ਤਾਂ ਮੰਗ ਸਕਦਾ ਨਾ, ਫਿਰ ਹੱਕ ਰੱਖਦਾ ਨਾ। ਜੇ ਆਪਾਂ ਬਾਣੀ ਨਹੀਂ ਪੜ੍ਹਦੇ ਤੇ ਫਿਰ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਜ਼ਰੂਰ ਸਾਨੂੰ ਕਹਿੰਦੇ ਹੀ ਆ ਨਾ ਕਿ ਫਿਰ ਤੂੰ ਭਾਈ ਨਿਯਮ ਨਹੀਂ ਪਾਲਦਾ ਹੈ। ਫਿਰ ਜਿਹੜੇ ਬਾਣੀ ਪੜ੍ਹਨਾ ਨਹੀਂ ਜਾਣਦੇ ਉਹ ਬੇਨਤੀ ਕਰਕੇ ਫਿਰ ਕਥਾ ਆਰੰਭ ਕਰਦੇ ਆ। ਉਹਨਾਂ ਦੇ ਮਨ ਦਾ ਖਿਆਲ ਹੁੰਦਾ ਹੈ ਕਿ ਅਸੀਂ ਭਾਈ ਫਿਰ ਸਾਡਾ ਉਧਾਰ ਕਿਵੇਂ ਹੋਵੇ ਸਾਨੂੰ, ਕਿਉਂਕਿ ਅਨਪੜ੍ਹ ਹੁੰਦੇ ਨਾ, ਬਿਲਕੁਲ ਪੜ੍ਹਨਾ ਹੀ ਨਹੀਂ ਆਉਂਦਾ। ਫਿਰ ਮਹਾਰਾਜ ਜੀ ਉਹਨਾਂ ਬਾਬਤ ਵੀ ਕਿਹਾ ਕਿ ਜੋ ਪ੍ਰਾਣੀ ਗੋਬਿੰਦ ਧਿਆਵੈ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ। ਜਿਹੜਾ ਵਾਹਿਗੁਰੂ ਜੀ ਨੂੰ ਯਾਦ ਕਰਦਾ ਨਾ, ਫਿਰ ਉਹ ਭਾਵੇਂ ਉੱਥੇ ਪੜ੍ਹੇ ਲਿਖੇ ਤੋਂ ਤਾਂ ਹੀ ਗੱਲ ਚਲੀ ਜਾਂਦੀ ਹੈ। ਜਿਹੜਾ ਵਾਹਿਗੁਰੂ ਜੀ ਨੂੰ ਯਾਦ ਕਰਦਾ ਹੈ ਉਹਨਾਂ ਵਾਸਤੇ ਨਿਯਮ ਹੈ ਭਾਈ, ਘੱਟੋ ਘੱਟ ਮੂਲ ਮੰਤਰ ਤਾਂ ਯਾਦ ਕਰਨਾ ਚਾਹੀਦਾ। ਜਿਨ੍ਹਾਂ ਉੱਤੇ ਸਤਿਗੁਰੂ ਜੀ ਦੀ ਬਖਸ਼ਿਸ਼ ਹੋ ਜਾਂਦੀ ਹੈ ਨਾ, ਐਸੇ ਐਸੇ ਗੁਰਮੁਖ ਮੈਂ ਦਾਸ ਨੇ ਆਪਣੀ ਜ਼ਿੰਦਗੀ ਵਿੱਚ ਦਰਸ਼ਨ ਕੀਤੇ ਹੈ। ਸਾਧ ਸੰਗਤ ਜੀ ਭਾਈ ਸੋਹਣ ਸਿੰਘ ਜੀ ਹਨ, ਕੈਨੇਡਾ ਵਿੱਚ ਰਹਿੰਦੇ ਹੈ, ਜਿਨ੍ਹਾਂ ਨੇ ਸਿੰਘ ਸਾਹਿਬ ਭਾਈ ਮੋਹਨ ਸਿੰਘ ਜੀ, ਜਿਨ੍ਹਾਂ ਨੇ ਹੈੱਡ ਗ੍ਰੰਥੀ ਦੀ ਬਹੁਤ ਸਮਾਂ ਸੇਵਾ ਕੀਤੀ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ। ਉਹਨਾਂ ਦੇ ਉਹ ਭਰਾ ਹਨ ਤੇ ਉਹ ਬਿਲਕੁਲ ਕੋਈ ਪੜ੍ਹੇ ਲਿਖੇ ਨਹੀਂ ਹੈ। ਜੇ ਅਖਬਾਰ ਪੜ੍ਹਨੀ ਹੋਵੇ ਤੇ ਉਹ ਸ਼ਾਇਦ ਨਹੀਂ ਪੜ੍ਹ ਸਕਦੇ, ਪਰ ਹੱਥ ਲਿਖਤ ਸਰੂਪ ਤੋਂ ਵੀ ਜੇ ਬਾਣੀ ਪੜ੍ਹਨੀ ਹੋਵੇ ਤੇ ਬੜੀ ਸਰਲ ਆਰਾਮ ਨਾਲ ਪੜ੍ਹ ਲੈਂਦੇ ਆ। ਸਤਿਗੁਰੂ ਜੀ ਦੀ ਤਾਬਿਆ ਬੈਠ ਕਰਕੇ ਬਾਣੀ ਇਉਂ ਪੜ੍ਹਦੇ ਆ ਕਿ ਜਿਵੇਂ ਪਤਾ ਨਹੀਂ ਕਿਸੇ ਨੂੰ ਲੱਗ ਸਕਦਾ ਕਿ ਇਹ ਦੂਜੇ ਗੁਰਮੁਖੀ ਅੱਖਰ ਭਾਵੇਂ ਨਾ ਪੜ੍ਹ ਸਕਦੇ ਹੋਣ, ਅਖਬਾਰ ਭਾਵੇਂ ਪੁੱਠੀ ਫੜ ਲੈਂਦੇ ਹੋਣ, ਪਰ ਸਾਧ ਸੰਗਤ ਜੀ ਇਹ ਮਹਾਰਾਜ ਦੀ ਕਿਰਪਾ ਹੈ। ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਨੇ ਕਹਿੰਦੇ ਪਿੱਛੇ ਪਿੱਛੇ ਬੋਲ ਕੇ ਮੈਨੂੰ ਮੂਲ ਮੰਤਰ ਪੜ੍ਹਾਇਆ ਸੀ। ਕਹਿੰਦੇ ਨਲਕਾ ਗੇੜਦਾ ਸਾਂ, ਇਸ਼ਨਾਨ ਕਰਦੇ ਸਨ, ਕਹਿੰਦੇ ਭਜੰਗੀਆ ਬਾਣੀ ਪੜ੍ਹ। ਮੈਂ ਕਿਹਾ ਜੀ ਮੈਨੂੰ ਪੜ੍ਹਨੀ ਨਹੀਂ ਆਉਂਦੀ। ਬੜੇ ਤੇ ਸਮੇਂ ਸੁੱਪ ਚੁੱਪ ਕਰਕੇ ਫਿਰ ਕਹਿੰਦੇ ਚੰਗਾ ਮੇਰੇ ਪਿੱਛੇ ਮੂਲ ਮੰਤਰ ਬੋਲ, ਤੇ ਆਪਣੇ ਅੱਗੇ ਅੱਗੇ ਆਪ ਬੋਲੇ ਤੇ ਪਿੱਛੇ ਪਿੱਛੇ ਕਹਿੰਦੇ ਮੈਂ ਬੋਲਿਆ ਮੂਲ ਮੰਤਰ ਸਾਰਾ, ਮੈਨੂੰ ਪੜ੍ਹਾਇਆ। ਕਹਿੰਦੇ ਅਸੀਂ ਤਾਂ ਵਾਹੀ ਖੇਤੀ ਕਰਦੇ ਸਾਂ, ਸਾਨੂੰ ਤਾਂ ਕੁਛ ਊੜਾ ਐੜਾ ਤੱਕ ਨਹੀਂ ਸੀਗਾ ਆਉਂਦਾ, ਪਰ ਇਹੋ ਜੀ ਮਹਾਂਪੁਰਖਾਂ ਦੀ ਫਿਰ ਉਦੋਂ ਕਲਾ ਵਰਤੀ। ਜਦੋਂ ਉਹਨਾਂ ਨੇ ਮੂਲ ਮੰਤਰ ਪਿੱਛੇ ਪਿੱਛੇ ਬੋਲ ਕੇ ਪੜ੍ਹਾਇਆ, ਹੌਲੀ 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 ਇੰਨੀ ਕਿਰਪਾ ਹੋਈ ਕਿ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੁੱਧ ਸੰਥਿਆ ਮੈਂ ਕਰ ਲਈ। ਸਤਿਗੁਰਾਂ ਦੀ ਬਾਣੀ ਪੜ੍ਹਨੀ ਆ ਗਈ। ਜੇ ਸਾਧ ਸੰਗਤ ਜੀ ਪਿਆਰ ਰੱਖੀਏ ਨਾ ਤੇ ਫਿਰ ਜ਼ਰੂਰ ਪੜ੍ਹਨੀ ਆ ਜਾਂਦੀ ਹੈ ਬਾਣੀ। ਤੇ ਜੇ ਆਲਸ ਕਰ ਛੱਡੀਏ ਮੈਂ ਤਾਂ ਅਨਪੜ੍ਹ ਵਾਂ, ਮੈਨੂੰ ਨਹੀਂ ਆਉਣੀ, ਮੈਂ ਨਹੀਂ ਪੜ੍ਹ ਸਕਦਾ, ਫਿਰ ਸਾਧ ਸੰਗਤ ਜੀ ਕੀ ਬਾਣੀ ਪੜ੍ਹਨੀ ਹੈ ਉਸਨੇ। ਜੇ ਪ੍ਰੇਮ ਕਰੀਏ ਤੇ ਜ਼ਰੂਰ ਜਾਚ ਆ ਜਾਂਦੀ ਹੈ, ਪਰ ਜੇ ਨਹੀਂ ਵੀ ਪੜ੍ਹੀ ਜਾਂਦੀ ਤਾਂ ਫਿਰ 1.25 ਘੰਟਾ ਸਵੇਰੇ 1.25 ਘੰਟਾ ਸ਼ਾਮ ਨੂੰ ਮੂਲ ਮੰਤਰ ਦਾ ਜਾਂ ਗੁਰਮੰਤਰ ਦਾ ਜਾਪ ਕਰੇ। ਇਹ ਜਿਹਨੂੰ ਬਾਣੀ ਨਹੀਂ ਪੜ੍ਹਨੀ ਆਉਂਦੀ ਉਹਦੇ ਵਾਸਤੇ ਨਿਯਮ ਹੈ। ਤੇ ਇਸ ਕਰਕੇ ਇਹ ਨਿਯਮ ਜਿਹੜਾ ਹੈ ਉਸ ਨੂੰ ਪਾਲਣਾ ਚਾਹੀਦਾ। ਬਾਕੀ ਜਿਵੇਂ ਸਤਿਗੁਰੂ ਜੀ ਨੇ ਅੱਗੇ ਰਹਿਤ ਦੱਸੀ ਤੇ ਜਿਵੇਂ ਸਤਿਗੁਰਾਂ ਜੀ ਨੇ ਪੰਥ ਦੀ ਸਿਰਜਣਾ ਕੀਤੀ, ਉਹ ਆਪਾਂ ਇਤਿਹਾਸ ਦੇ ਝਰੋਖੇ ਚੋਂ ਦਰਸ਼ਨ ਕਰਾਂਗੇ। ਆਓ ਲੜੀਵਾਰ ਕਥਾ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਪਿਆਰ ਨਾਲ ਸਰਵਣ ਕਰੀਏ। ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਮਾਝ ਮਹੱਲਾ ਚੌਥਾ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ, ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ, ਗਰੀਬ ਨਵਾਜ ਸਤਿਗੁਰੂ ਜੀ ਦੇ ਚਰਨਾਂ ਵਿੱਚ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਮਾਝ ਰਾਗ ਵਿੱਚ ਮਹਾਰਾਜ ਅਸ਼ਟਪਦੀਆਂ ਦੀ ਚਾਲ ਵਿੱਚ ਮਹਾਰਾਜ ਜੀ ਉਪਦੇਸ਼ ਬਖਸ਼ਿਸ਼ ਕੀਤਾ ਹੈ। ਮਹਾਰਾਜ ਆਪ ਜੀ ਵੀ ਕਿਰਪਾ ਕਰਕੇ ਮਹਾਰਾਜ ਇਸ ਰਾਗ ਦੇ ਅੰਦਰ ਅਸ਼ਟਪਦੀ ਦੁਆਰਾ ਉਪਦੇਸ਼ ਬਖਸ਼ਿਸ਼ ਕਰੋ। ਵੇਖੋ ਮਹਾਰਾਜ ਕਿਆ ਸੋਹਣੀ ਚਾਲ ਗੁਰੂਦੇਵ ਨੇ ਉਚਾਰਨ ਕੀਤੀ ਹੈ। ਆਪ ਜੀ ਵੀ ਕਿਰਪਾ ਕਰਕੇ ਬਖਸ਼ਿਸ਼ ਕਰੋ। ਤੇ ਸੰਗਤਾਂ ਦੀ ਇਹ ਬੇਨਤੀ ਸੁਣ ਕਰਕੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ, ਕਿਉਂਕਿ ਸਤਿਗੁਰੂ ਜੀ ਇੰਨਾ ਭਾਵ ਧਰਦੇ ਆ ਗੁਰਸਿੱਖਾਂ ਦੇ ਵਿੱਚ ਵੀ ਕਿ ਗੁਰਸਿੱਖਾਂ ਦੇ ਅੰਦਰ ਵੀ ਮਹਾਰਾਜ ਸਮਝਦੇ ਆ ਗੁਰੂ ਨਾਨਕ ਸਾਹਿਬ ਆਪ ਹੀ ਬੋਲਦੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਗੁਰਸਿੱਖਾਂ ਨੂੰ ਪ੍ਰੇਰਦੇ ਆ
ਨਿਰੰਕਾਰ ਦੀ ਇਹ ਆਗਿਆ ਜਾਣ ਕਰਕੇ, ਵਾਹਿਗੁਰੂ ਦੀ ਰਜ਼ਾ ਜਾਣ ਕਰਕੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਚੌਥਾ ਸਰੂਪ ਸਤਿਗੁਰੂ ਜੀ ਮਾਝ ਰਾਗ ਦੇ ਅੰਦਰ ਹਜੂਰ ਇਹ ਅਸ਼ਟਪਦੀ ਉਚਾਰਨ ਕਰਦੇ ਹਨ। ਆਦ ਪੁਰਖ ਅਪਰੰਪਰ ਆਪੇ। ਹਜੂਰ ਫਰਮਾਉਂਦੇ ਆ ਗੁਰਸਿੱਖੋ, ਉਹ ਪਰਮੇਸ਼ਰ ਆਦ ਰੂਪ ਵੈ, ਸਭ ਦਾ ਹੀ ਮੁੱਢ ਵੈ, ਉਸ ਤੋਂ ਪਹਿਲਾਂ ਕੁਛ ਵੀ ਨਹੀਂ ਹੈ, ਕਿਉਂਕਿ ਉਹ ਆਪ ਆਦੀ ਹੈ। ਉਸ ਨੇ ਹੀ ਸਭ ਦੀ ਉਤਪਤੀ ਕੀਤੀ ਹੈ, ਆਪ ਹੀ ਉਹ ਸਭ ਤੋਂ ਪਹਿਲਾਂ ਹੈ। ਉਹ ਕਿੰਨਾ ਕੁ ਪਹਿਲਾਂ ਹੈ ਇਹ ਕੋਈ ਜਾਣ ਨਹੀਂ ਸਕਦਾ, ਉਹਦੀ ਉਤਪਤੀ ਦੀ ਕੋਈ ਥਿਤਵਾਰ ਨਹੀਂ ਜਾਣ ਸਕਦਾ ਹੈ। ਉਹਦੀ ਉਤਪਤੀ ਦੀ ਬਾਬਤ ਤਾਂ ਕੀ ਜਾਣਨਾ ਹੈ, ਕਿਉਂਕਿ ਉਹ ਤਾਂ ਆਪ ਹੀ ਅਨਾਦੀ ਹੈ, ਆਦ ਰੂਪ ਹੈ ਸਾਰਿਆਂ ਦਾ। ਉਹਦੇ ਪੈਦਾ ਕੀਤੇ ਹੋਏ ਸੰਸਾਰ ਦੀ ਕੋਈ ਥਿਤਵਾਰ ਮਹਾਰਾਜ ਕਹਿੰਦੇ ਨਹੀਂ ਜਾਣਦਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਉਹ ਸਭ ਦਾ ਆਦ ਰੂਪ ਹੈ, ਮੁੱਢ ਰੂਪ ਹੈ, ਉਹਦੇ ਤੋਂ ਹੀ ਸਭ ਦੀ ਉਤਪਤੀ ਹੋਈ ਹੈ। ਤੇ ਪੁਰਖ ਮਹਾਰਾਜ ਕਹਿੰਦੇ ਭਾਈ ਉਹ ਪੂਰਨ ਮੈਂ ਸਭ ਥਾਵਾਂ ਤੇ, ਪੂ ਨਰਕਾਂ ਤੋਂ ਰੱਖ ਰੱਖਿਆ ਕਰਨ ਵਾਲਾ ਹੈ, ਪੁਰਖ ਪੁਰਸ਼ਾਰਥ ਦੇ ਦੇਣ ਵਾਲਾ ਹੈ। ਅਪਰੰਪਰ ਪ੍ਰਕਿਰਤੀ ਉਰੇ ਹੈ, ਇਹ ਪ੍ਰਕਿਰਤੀ ਤੋਂ ਵੀ ਮਹਾਰਾਜ ਕਹਿੰਦੇ ਭਾਈ ਵਾਹਿਗੁਰੂ ਪਰਾ ਰੂਪ ਹੈ, ਆਪਣੇ ਆਪ ਤੋਂ ਆਪ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਆਪਣੇ ਆਪ ਤੋਂ ਉਸਨੇ ਇਹ ਸਾਰੀ ਕਾਇਨਾਤ ਦੀ ਉਤਪਤੀ ਕੀਤੀ ਆ। ਆਪੇ ਥਾਪੇ ਥਾਪ ਉਥਾਪੇ। ਆਪ ਹੀ ਉਸਨੇ ਸੰਸਾਰ ਨੂੰ ਥਾਪਣਾ ਕੀਤਾ, ਭਾਵ ਉਤਪਤ ਕਰਨਾ ਕੀਤਾ ਹੈ। ਤੇ ਥਾਪ ਕਰਕੇ ਫਿਰ ਦੂਸਰਾ ਥਾਪ ਸਿਹਾਰੀ ਨਾਲ ਹੈ, ਤੇ ਫਿਰ ਆਪ ਹੀ ਪਾਲਣਾ ਕਰ ਰਿਹਾ ਹੈ। ਤੇ ਮਹਾਰਾਜ ਕਹਿੰਦੇ ਭਾਈ ਜਿੱਥੇ ਉਤਪਤੀ ਆਪ ਕੀਤੀ ਹੈ, ਪਾਲਣਾ ਆਪ ਕਰ ਰਿਹਾ ਹੈ, ਤੇ ਉਥਾਪੇ ਲਾਇਤਾ ਵੀ ਫਿਰ ਵਾਹਿਗੁਰੂ ਆਪ ਹੀ ਕਰਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਉਹ ਪਰਮੇਸ਼ਰ ਜੋ ਸਭ ਦਾ ਆਦ ਰੂਪ ਹੈ, ਮੁੱਢ ਰੂਪ ਹੈ, ਤੇ ਪੁਰਸ਼ਾਰਥ ਦੇ ਦੇਣ ਵਾਲਾ ਹੈ, ਪ੍ਰਕਿਰਤੀ ਤੋਂ ਪਰਾ ਰੂਪ ਹੈ, ਉਹ ਆਪ ਪਰਮੇਸ਼ਰ। ਮਹਾਰਾਜ ਕਹਿੰਦੇ ਭਾਈ ਸ੍ਰਿਸ਼ਟੀ ਦੀ ਉਤਪਤੀ ਕਰਦਾ ਹੈ, ਪਾਲਣਾ ਕਰਦਾ ਹੈ, ਤੇ ਸ੍ਰਿਸ਼ਟੀ ਨੂੰ ਜਦੋਂ ਆਪਣੀ ਮੌਜ ਵਿੱਚ ਆਵੇ ਤੇ ਮਹਾਪਰਲੋ ਕਰਕੇ ਸਭ ਨੂੰ ਨਾਸ਼ ਵੀ ਕਰ ਦਿੰਦਾ ਹੈ, ਸਮੇਟ ਵੀ ਦਿੰਦਾ ਹੈ। ਇਸੇ ਪ੍ਰਕਾਰ ਹੀ ਆਦ ਪੁਰਖ ਅਪਰੰਪਰ ਆਪੇ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਸਭ ਦਾ ਆਦੀ ਹੈ, ਕਿਉਂਕਿ ਜਦੋਂ ਸੂਰਜ ਚੰਦਰਮਾ ਧਰਤੀ ਆਕਾਸ਼ ਪੌਣ ਪਾਣੀ ਨਹੀਂ ਸੀਗਾ, ਉਦੋਂ ਵੀ ਮਹਾਰਾਜ ਕਹਿੰਦੇ ਭਾਈ ਪਰਮੇਸ਼ਰ ਸੀਗਾ, ਉਹ ਮੌਜੂਦ ਸੀਗਾ, ਉਹ ਸਦਾ ਰਹਿਣ ਵਾਲਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵਿਆਪਕ ਹੈ ਸਭ ਥਾਵਾਂ ਤੇ ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ ਭਾਈ ਉਹ ਬੁੱਧੀ ਤੋਂ ਵੀ ਪਰੇ ਹੈ, ਸਰੀਰ ਤੋਂ ਵੀ ਪਰੇ ਹੈ। ਜਿਵੇਂ ਸਾਧ ਸੰਗਤ ਜੀ ਸਮੁੰਦਰ ਦਾ ਕੋਈ ਪਰਲਾ ਕੰਢਾ ਨਹੀਂ ਦਿਸਦਾ ਹੁੰਦਾ, ਪਰ ਜਦੋਂ ਕੋਈ ਜਹਾਜ਼ ਦੇ ਰਾਹੀਂ ਤਰ ਕਰਕੇ ਜਾਂਦਾ ਹੈ ਨਾ, ਭਾਵੇਂ ਉਹਦਾ ਤਾਂ ਕੰਢਾ ਦਿਸ ਪੈਂਦਾ ਹੈ, ਪਰਮੇਸ਼ਰ ਦਾ ਇਉਂ ਨਹੀਂ ਕਿ ਕੋਈ ਦੂਸਰਾ ਕੰਢਾ ਵੇਖ ਸਕਦਾ ਹੈ। ਮਹਾਰਾਜ ਕਹਿੰਦੇ ਭਾਈ ਉਹ ਅੰਤ ਨ ਅੰਤਾ ਸਦਾ ਬੇਅੰਤਾ, ਐਸਾ ਉਹ ਸਰੂਪ ਹੈ, ਆਪਣੇ ਆਪ ਤੋਂ ਆਪ ਹੈ। ਆਪੇ ਥਾਪੇ ਥਾਪ ਉਥਾਪੇ। ਆਪ ਹੀ ਉਹ ਸਤਿਪੁਰਸ਼ਾਂ ਦੇ ਅੰਦਰ ਬ੍ਰਹਮ ਗਿਆਨ ਨੂੰ ਥਾਪਣ ਵਾਲਾ ਹੈ, ਤੇ ਬ੍ਰਹਮ ਗਿਆਨ ਨੂੰ ਥਾਪ ਕਰਕੇ ਜਿਹੜੇ ਸੁਭ ਗੁਣ ਉਤਪੰਨ ਹੁੰਦੇ ਆ ਨਾ, ਫਿਰ ਉਹਨਾਂ ਦੀ ਪਾਲਣਾ ਕਰਨ ਵਾਲਾ ਵੀ ਮਹਾਰਾਜ ਕਹਿੰਦੇ ਵਾਹਿਗੁਰੂ ਆਪ ਹੈ। ਬ੍ਰਹਮ ਗਿਆਨੀ ਨੂੰ ਬ੍ਰਹਮ ਗਿਆਨ ਦੇ ਅੰਦਰ ਅਸਥਿਤ ਰੱਖਦਾ ਹੈ ਸਦਾ ਹੀ। ਬ੍ਰਹਮ ਗਿਆਨ ਦੇ ਵਿੱਚ ਜਦੋਂ ਸੁਰਤ ਚਲੀ ਜਾਂਦੀ ਹੈ, ਉੱਥੇ ਵਾਹਿਗੁਰੂ ਦੇ ਨਾਮ ਵਿੱਚ ਹੀ ਸਦਾ ਟਿਕੀ ਰਹਿੰਦੀ ਹੈ। ਉਹਦੀ ਅਸਥਿਤੀ ਵੀ, ਉਹਦੀ ਸਥਾਪਨਾ ਵੀ ਵਾਹਿਗੁਰੂ ਆਪ ਹੀ ਰੱਖਦੇ ਹੈ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਿਹੜਾ ਅੰਦਰ ਅਗਿਆਨ ਹੈ ਨਾ, ਉਹਨੂੰ ਅਥਾਪੇ ਆਪ ਹੀ ਪੱਟਦੇ ਆ ਵਾਹਿਗੁਰੂ। ਆਸਰੀ ਸੰਪਦਾ ਨੂੰ, ਆਸਾ ਤ੍ਰਿਸ਼ਨਾ ਨੂੰ, ਪੰਜਾਂ ਵਕਾਰਾਂ ਨੂੰ, ਪੰਜਾਂ ਵਿਸ਼ਿਆਂ ਨੂੰ ਆਪ ਹੀ ਪੁੱਟ ਕਰਕੇ ਸਤਿਪੁਰਸ਼ਾਂ ਦੇ ਅੰਦਰ ਬ੍ਰਹਮ ਗਿਆਨ ਨੂੰ ਸਥਾਪਿਤ ਕਰਕੇ ਸੁਭ ਗੁਣਾਂ ਦੀ ਪਾਲਣਾ ਕਰਦੇ ਆ। ਸਭ ਮਹਿ ਵਰਤੈ ਏਕੋ ਸੋਈ। ਉਹ ਮੇਰਾ ਵਾਹਿਗੁਰੂ ਸਭ ਦੇ ਅੰਦਰ ਮਹਾਰਾਜ ਕਹਿੰਦੇ ਇੱਕੋ ਇੱਕ ਆਪ ਹੀ ਭਾਈ ਵਰਤ ਰਿਹਾ, ਮਿਲ ਰਿਹਾ ਏ। ਗੁਰਮੁਖ ਸ਼ੋਭਾ ਪਾਵਣਿਆ। ਗੁਰਮੁਖ ਉਹਦੇ ਸਰੂਪ ਦੀ ਸਾਖਿਆਤਤਾ ਕਰਕੇ ਸ਼ੋਭਾ ਪਾਵਣਿਆ, ਸ਼ੋਭਾ ਪਾਉਂਦੇ ਐ। ਵਰਤ ਤਾਂ ਸਾਰਿਆਂ ਅੰਦਰ ਰਿਹਾ,
ਪਰ ਗੁਰਮੁਖਾਂ ਦੇ ਅੰਦਰ ਸਾਖਿਆਤ ਹੋ ਗਿਆ, ਇਸ ਕਰਕੇ ਗੁਰਮੁਖ ਸੋਭਾ ਪਾਉਂਦੇ ਆ। ਉਹਨਾਂ ਦੇ ਨੇਤਰ ਬੜੇ ਲਿਸ਼ਕਦੇ ਆ, ਬੜੇ ਚਮਕਦੇ ਆ, ਬੜੇ ਨੂਰ ਦੇ ਸਹਿਤ ਪ੍ਰਭਾਵਿਤ ਹੁੰਦੇ ਆ। ਮਸਤਕ ਬੜਾ ਦਗਦਾ ਹੈ, ਨੂਰੋ ਨੂਰ ਹੁੰਦਾ ਹੈ, ਕਿਉਂਕਿ ਸੋਭਾ ਪਾਉਂਦਾ ਹੈ ਉਹਨਾਂ ਦੇ ਅੰਦਰ ਮੇਰੇ ਵਾਹਿਗੁਰੂ ਦਾ ਸਰੂਪ। ਐਸਾ ਉਹਨਾਂ ਦਾ ਸਾਧ ਸੰਗਤ ਜੀ ਦਿੱਖ ਹੁੰਦਾ ਹੈ ਕਿ ਵੇਖਣ ਵਾਲੇ ਨੂੰ, ਦੁਖੀ ਨੂੰ ਵੀ ਸੁਖ ਪ੍ਰਾਪਤ ਹੋ ਜਾਂਦਾ ਹੈ। ਜਿਹੜਾ ਕੋਈ ਮਨ ਕਰਕੇ ਸੁੱਕ ਸੜ ਗਿਆ ਹੈ, ਉਹਨਾਂ ਰੂਹਾਂ ਨੂੰ ਵੀ ਤਰੋ ਤਾਜ਼ਗੀ ਗੁਰਮੁਖਾਂ ਦਾ ਚਿਹਰਾ ਦੇ ਦਿੰਦਾ ਹੈ, ਕਿਉਂਕਿ ਉੱਥੇ ਮੇਰਾ ਵਾਹਿਗੁਰੂ ਆਪ ਹੀ ਬੈਠਾ ਸੋਭਾ ਪਾ ਰਿਹਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਵਰਤ ਤਾਂ ਸਭ ਦੇ ਅੰਦਰ ਰਿਹਾ, ਪਰ ਗੁਰਮੁਖਾਂ ਦੇ ਅੰਦਰ ਸਾਖਿਆਤ ਹੋ ਕੇ ਪ੍ਰਤੱਖ ਰੂਪ ਵਿੱਚ ਮੇਰਾ ਵਾਹਿਗੁਰੂ ਸੋਭਾ ਪਾ ਰਿਹਾ ਏ। ਹਾਂ ਵਾਰੇ ਜਿਉ ਵਾਰੇ। ਉਸੇ ਹੀ ਚਾਲ ਵਿੱਚ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਕਹਿੰਦੇ ਐ ਕਿ ਗੁਰਸਿੱਖੋ ਅਸੀਂ ਆਪਣਾ ਆਪ ਵਾਰ ਦਈਏ, ਆਪਣਾ ਮਨ ਬਲਹਾਰ ਕਰ ਦਈਏ। ਨਿਰੰਕਾਰੇ ਨਾਮ ਧਿਆਵਣਿਆ। ਜਿਹੜਾ ਨਿਰੰਕਾਰੀ ਪਰਮੇਸ਼ਰ ਦੇ ਨਾਮ ਨੂੰ ਧਿਆਵਣਿਆ ਧਿਆਉਂਦਾ ਹੈ ਨਾ, ਨਿਰਾ ਆਕਾਰ ਪਰਮੇਸ਼ਰ ਨੂੰ, ਨਿਰਗੁਣ ਸਰੂਪ ਪਰਮੇਸ਼ਰ ਨੂੰ, ਉਹ ਇਹ ਸਰੂਪ ਜਾਣ ਕਰਕੇ ਮਹਾਰਾਜ ਅੱਗੇ ਦੱਸਣਗੇ ਕਿ ਕੋਈ ਰੂਪ ਰੰਗ ਜਾਤ ਪਾਤ ਨਹੀਂ ਹੈ। ਪਰਮੇਸ਼ਰ ਦਾ ਆਵਾਹਨ ਕਰਦੇ ਆ ਜਿਹੜੇ ਸ਼ਬਦ ਦੁਆਰਾ, ਗੁਰੂ ਸਾਹਿਬ ਜੀ ਦੇ ਦਿੱਤੇ ਹੋਏ ਮੰਤਰ ਨੂੰ ਆਪਣੀ ਰਸਨਾ ਤੋਂ ਜਪਦੇ ਆ ਕਿ ਪਰਮੇਸ਼ਰ ਚਾਹੇ ਤੇਰਾ ਸਰੂਪ ਮੇਰੀਆਂ ਅੱਖਾਂ ਦੇ ਗੋਚਰੇ ਨਹੀਂ ਮਹਾਰਾਜ, ਪਰ ਮੈਨੂੰ ਤੇਰਾ ਭਾਵ ਪ੍ਰਾਪਤ ਹੋ ਰਿਹਾ ਹੈ। ਜਦੋਂ ਸਾਧ ਸੰਗਤ ਜੀ ਸਪਰਸ਼ ਮਿਲਣ ਲੱਗ ਪੈਂਦਾ ਨਾ, ਤੇ ਫਿਰ ਜਿਹੜਾ ਇੰਦਰੀਆਂ ਦੇ ਅਗੋਚਰ ਹੈ ਨਾ, ਉਹ ਵੀ ਫਿਰ ਅੱਖਾਂ ਨਾਲ ਦਿਸਣ ਲੱਗ ਪੈਂਦਾ ਹੈ। ਸਤਿਗੁਰੂ ਕਹਿੰਦੇ ਨੇ ਨਾਨਕ ਸੇ ਅੱਖੜੀਆਂ ਬਿਆਨ, ਜਿੰਨੀ ਦਸੰਦੋ ਮਾਂ ਪੀਰੀ। ਉਹ ਅੱਖਾਂ ਹੋਰ ਨੇ ਪਿਆਰ ਵਾਲੀਆਂ, ਜਿਨ੍ਹਾਂ ਨਾਲ ਵਾਹਿਗੁਰੂ ਦਾ ਫਿਰ ਦਰਸ਼ਨ ਹੋਣ ਲੱਗ ਪੈਂਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਹਨ ਨਿਰੰਕਾਰੀ ਹਾਂ ਵਾਰੇ ਜਿਉ ਵਾਰੇ ਨਿਰੰਕਾਰੇ ਨਾਮ ਧਿਆਵਣਿਆ। ਜਿਹੜੇ ਮੇਰੇ ਨਿਰੰਕਾਰ ਦਾ ਵਾਹਿਗੁਰੂ ਦਾ ਮਹਾਰਾਜ ਕਹਿੰਦੇ ਭਾਈ ਜਿਹਦਾ ਆਕਾਰ ਨਹੀਂ ਕੋਈ ਕਥਨ ਕੀਤਾ ਜਾ ਸਕਦਾ, ਉਹਦੇ ਨਾਮ ਨੂੰ ਧਿਆਉਂਦੇ ਆ ਨਾ ਗੁਰਸਿੱਖ, ਅਸੀਂ ਉਹਨਾਂ ਤੋਂ ਬਲਹਾਰ ਕੁਰਬਾਨ ਜਾਂਦੇ ਹਾਂ। ਤਿਸ ਰੂਪ ਨਾ ਰੇਖਿਆ ਘਟ ਘਟ ਦੇਖਿਆ। ਮਹਾਰਾਜ ਕਹਿੰਦੇ ਉਸ ਦਾ ਭਾਈ ਰੂਪ ਨਹੀਂ ਦੱਸਿਆ ਜਾ ਸਕਦਾ ਕਿ ਉਹਦਾ ਰੂਪ ਕੋਈ ਗੋਰਾ ਕਾਲਾ ਚਿੱਟਾ ਇਹੋ ਜਿਹਾ ਕੋਈ ਰੂਪ ਹੈ, ਨਹੀਂ ਕਥਨ ਕੀਤਾ ਜਾ ਸਕਦਾ। ਰੂਪ ਮਹਾਰਾਜ ਕਹਿੰਦੇ ਆਕਾਰ ਨਹੀਂ ਭਾਈ ਕੋਈ ਕਥਨ ਕੀਤਾ ਜਾ ਸਕਦਾ, ਤੇ ਮੱਛ ਕੱਛ ਰੇਖਾ ਕੋਈ ਮਹਾਰਾਜ ਕਥਨ ਨਹੀਂ ਕਹਿੰਦੇ। ਸਤਿਗੁਰੂ ਜੀ ਕਹਿੰਦੇ ਭਾਈ ਕੀਤੀ ਜਾ ਸਕਦੀ, ਪਰ ਘੱਟ ਘੱਟ ਦੇਖਿਆ। ਉਹ ਹਿਰਦਿਆਂ ਦੇ ਅੰਦਰ, ਸ਼ਰੀਰਾਂ ਦੇ ਅੰਦਰ ਮਹਾਰਾਜ ਕਹਿੰਦੇ ਰਮਦਾ ਹੋਇਆ ਭਾਈ ਰੱਬ ਦੇ ਪਿਆਰਾਂ ਨੇ ਦੇਖ ਲਿਆ ਹੈ। ਸਭ ਦੇ ਅੰਦਰ ਉਹਦੀ ਹੀ ਜੋਤ ਵੇਖ ਲਈ ਹੈ, ਜਿਹਦਾ ਕੋਈ ਆਕਾਰ ਨਹੀਂ ਕਥਨ ਕੀਤਾ ਜਾਂਦਾ, ਜਿਹਦਾ ਕੋਈ ਸਰੂਪ ਨਹੀਂ ਦੱਸਿਆ ਜਾ ਸਕਦਾ, ਤੇ ਜਿਹਦਾ ਕੋਈ ਸਾਧ ਸੰਗਤ ਜੀ ਚੇਨ ਚੱਕਰ ਨਹੀਂ ਦੱਸਿਆ ਜਾ ਸਕਦਾ, ਕੋਈ ਮੱਛ ਕੱਛ ਰੇਖਾ ਨਹੀਂ ਦੱਸੀ ਜਾ ਸਕਦੀ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਗੁਰਮੁਖਾਂ ਨੇ ਵੇਖ ਲਿਆ ਕਿ ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਉਹ ਤਾਂ ਸਭ ਦੇ ਅੰਦਰ ਉਹਨਾਂ ਨੇ ਵੇਖ ਲਿਆ ਹੈ, ਉਸ ਨੂੰ ਵਸਦਿਆਂ ਹੋਇਆਂ। ਗੁਰਮੁਖ ਅਲਖ ਲਖਾਵਣਿਆ। ਹੈ ਤਾਂ ਵਾਹਿਗੁਰੂ ਅਲਖ ਲਖਿਆ ਨਹੀਂ ਜਾਂਦਾ ਸ਼ਕਤੀ ਬਿਰਤੀ ਕਰਕੇ, ਪਰ ਮੁਖੀ ਗੁਰੂ ਜੀ ਦੁਆਰਾ ਗੁਰਮੁਖਾਂ ਨੇ ਲਖਣਾ ਕੀਤਾ ਹੈ, ਲਖ ਲਿਆ ਹੈ, ਜਾਣ ਲਿਆ ਹੈ। ਵਿਸ਼ਰਾਮ ਦੇ ਕੇ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਤੂੰ ਦਇਆਲ ਕਿਰਪਾਲ ਪ੍ਰਭ ਸੋਏ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਫਰਮਾਉਂਦੇ ਆ, ਇਹ ਵਾਹਿਗੁਰੂ ਤੂੰ ਦਇਆ ਦਾ ਆਲ ਘਰ ਹੈ ਮਹਾਰਾਜ, ਤੇ ਫਿਰ ਕਿਰਪਾਲੂ ਸੁਭਾਅ ਹੈ ਤੇਰਾ, ਕਿਰਪਾ ਦੇ ਕਰਨ ਦੀ ਆਲ ਬਾਣ ਹੈ ਮਹਾਰਾਜ ਤੈਨੂੰ। ਇਹੋ ਜਿਹਾ ਮਹਾਰਾਜ ਇਹ ਪ੍ਰਭੂ ਤੇਰਾ ਸੁਭਾਅ ਹੈ, ਤੂੰ ਕਿਰਪਾਲੂ ਹੈ, ਦਿਆਲੂ ਹੈ। ਤੁਧ ਬਿਨਾ ਦੂਜਾ ਅਵਰ ਨਾ ਕੋਈ। ਤੇਰੇ ਤੋਂ ਬਿਨਾ ਮਹਾਰਾਜ ਤੇਰੇ ਸੇਵਕਾਂ ਨੂੰ ਕੋਈ ਹੋਰ ਆਸਰਾ ਨਹੀਂ, ਤੇਰਾ ਹੀ ਆਸਰਾ ਹੈ ਮਹਾਰਾਜ ਤੇਰੇ ਸੇਵਕਾਂ ਨੂੰ। ਜਿਵੇਂ ਭਗਤ ਨਾਮਦੇਵ ਜੀ ਨੂੰ ਉਠਾਇਆ ਸੀ ਨਾ, ਤੇ ਕਿਸੇ ਹੋਰ ਦਾ ਆਸਰਾ ਭਾਲਿਆ ਸੀ ਨਹੀਂ। ਸਾਧ ਸੰਗਤ ਜੀ ਨਿਰੰਕਾਰ ਦਾ ਹੀ ਆਸਰਾ ਤੱਕਿਆ ਭਗਤ ਬਾਬਾ ਨਾਮਦੇਵ ਜੀ ਮਹਾਰਾਜ ਨੇ, ਹੋਰ ਕੋਈ ਆਸਰਾ ਨਹੀਂ ਲਿਆ। ਭਗਤ ਕਰਤ ਮੇਰੇ ਤਾਲ ਛਨਾਏ, ਉਹ ਛੈਣੇ ਖੋਹ ਲਏ ਸੀ, ਹੱਥਾਂ ਵਿੱਚ ਪੜੀਆਂ ਹੋਈਆਂ ਖੜਤਾਲਾਂ ਖੋਹ ਲਈਆਂ ਸੀ।
ਲੈ ਕੰਬਲੀ ਚੱਲਿਓ ਪਲਟਾਏ ਦੋਹਰੇ ਦੇਹਰੇ ਪਾਛੇ ਬੈਠਾ ਆਏ। ਤੇ ਇਹ ਭਗਤ ਨਾਮਦੇਵ ਜੀ ਕੋਈ ਹੋਰ ਆਸਰਾ ਨਹੀਂ, ਪਰਮੇਸ਼ਰ ਦਾ ਹੀ ਆਸਰਾ ਹੈ। ਤੁਮ ਜੋ ਕਿਰਪਾਲ ਦਿਆਲ ਕਹੀਅਤ ਹੋ, ਕਹਿੰਦੇ ਮਹਾਰਾਜ ਤੂੰ ਕਿਰਪਾਲੂ ਕਿਹਾ ਜਾਣਾ, ਦਿਆਲੂ ਕਿਹਾ ਜਾਣਾ, ਅਤ ਪੁਜ ਭਇਓ ਅਪਾਰਲਾ। ਵੱਡੀਆਂ ਬਾਹਾਂ ਵਾਲਾ ਸਰੂਪ ਨਿਰੰਕਾਰ ਨੇ ਜਿਹੜਾ ਸੀ ਉਹ ਫਿਰ ਧਾਰਨ ਕਰ ਲਿਆ ਸਾਧ ਸੰਗਤ ਜੀ। ਫੇਰ ਦਿਆ ਦੇਹਰਾ ਨਾਮੇ ਕੋ ਪੰਡੀਅਨ ਕੋ ਪਿਛਵਾਰ ਲਾ। ਮਹਾਰਾਜ ਤੇਰੇ ਤੋਂ ਬਿਨਾ ਤੇਰੇ ਸੇਵਕਾਂ ਨੂੰ ਕੋਈ ਹੋਰ ਆਸਰਾ ਨਹੀਂ। ਗੁਰ ਪ੍ਰਸਾਦ ਕਰੇ ਨਾਮ ਦੇਵਾ, ਜਿਨ੍ਹਾਂ ਉੱਤੇ ਗੁਰੂ ਸਾਹਿਬ ਦੇ ਰਾਹੀਂ ਪ੍ਰਸਾਦ ਕਿਰਪਾ ਕਰਦਾ ਨਾ ਮੇਰਾ ਵਾਹਿਗੁਰੂ, ਫਿਰ ਕੀ ਬਖਸ਼ਿਸ਼ ਦਿੰਦਾ? ਨਾਮ ਦੇਵੈ। ਨਾਮ ਦੀ ਦਾਤ ਮਹਾਰਾਜ ਕਿਰਪਾ ਕਰਕੇ ਦਿੰਦੇ ਆ। ਨਾਮੇ ਨਾਮ ਸਮਾਵਣਿਆ, ਫਿਰ ਨਾਮ ਜਪਦੇ ਹੋਏ ਨਾਮੀ ਵਿੱਚ ਹੀ ਸਮਾਵਣਿਆ। ਮਹਾਰਾਜ ਕਹਿੰਦੇ ਭਾਈ ਗੁਰਸਿੱਖ ਸਮਾ ਜਾਂਦੇ ਐ। ਨਾਮ ਨੂੰ ਨਿਸ਼ਚੈ ਕਰਕੇ ਜਪਦੇ ਹੋਏ ਮਹਾਰਾਜ ਕਹਿੰਦੇ ਭਾਈ ਨਾਮੀ ਵਿੱਚ ਅਭੇਦ ਹੋ ਜਾਂਦੇ ਆ। ਤੂੰ ਆਪੇ ਸੱਚਾ ਸਿਰਜਣਹਾਰਾ, हे ਵਾਹਿਗੁਰੂ ਤੂੰ ਆਪ ਸਤ ਸਰੂਪ ਹੈ, ਸਾਰੀ ਕਾਇਨਾਤ ਦੇ ਸਿਰਜਣ ਵਾਲਾ ਹੈ। ਭਗਤੇ ਪਹਰੇ ਤੇਰੇ ਭੰਡਾਰਾ, ਜਦੋਂ ਆਪਾਂ ਮੰਗਦੇ ਆ ਤੇ ਕਈ ਵਾਰੀ ਮਨ ਇਹ ਖਿਆਲ ਕਰਦਾ ਤੈਨੂੰ ਕਿੱਥੇ ਮਿਲਣੀ ਨਾਮ ਦੀ ਦਾਤ। ਸਤਿਗੁਰੂ ਕਹਿੰਦੇ ਮੇਰੇ ਵਾਹਿਗੁਰੂ ਦੇ ਕੋਲ ਭਗਤੀ ਦੇ ਭੰਡਾਰੇ ਭਰੇ ਪਏ ਆ, ਕੋਈ ਮੁੱਕਣ ਵਾਲਾ ਖਜ਼ਾਨਾ ਨਹੀਂ ਹੈ। ਨਾਮ ਦੇ ਭਗਤੀ ਦੇ ਭੰਡਾਰੇ ਭਰੇ ਪਏ ਆ, ਪਰ ਤੇਰੇ ਅਧਿਕਾਰੀ ਬਣਨ ਵਿੱਚ ਫਰਕ ਹੈ ਮਨਾ। ਤੂੰ ਅਧਿਕਾਰੀ ਨਹੀਂ ਬਣ ਰਿਹਾ ਹੈ। हे ਵਾਹਿਗੁਰੂ ਤੇਰੇ ਪਾਸ ਤਾਂ ਭਗਤੀ ਦੇ ਨਾਮ ਦੇ ਭੰਡਾਰੇ ਭਰੇ ਪਏ ਹਨ। ਗੁਰਮੁਖ ਨਾਮ ਮਿਲੈ ਮਨ ਭੀਜੈ, ਸਾਧ ਸੰਗਤ ਜੀ ਮੁਖੀ ਗੁਰੂ ਜੀ ਦੁਆਰਾ ਨਾਮ ਮਿਲਦਾ ਹੈ ਤੇ ਜਿਨ੍ਹਾਂ ਨੂੰ ਮਿਲ ਜਾਂਦਾ ਹੈ ਨਾ ਗੁਰਮੁਖਾਂ ਦਾ ਮਨ ਫਿਰ ਭਿੱਜ ਜਾਂਦਾ ਹੈ। ਰਸ ਵਿੱਚ ਸਾਧ ਸੰਗਤ ਜੀ ਰਸੀਆ ਹੋ ਕਰਕੇ ਆਨੰਦਿਤ ਹੋ ਜਾਂਦਾ ਹੈ। ਇਹੋ ਜਿਹਾ ਭਿੱਜਦਾ ਹੈ ਕਿ ਨਾਮ ਤੋਂ ਬਿਨਾ ਕੁਝ ਹੋਰ ਫਿਰ ਚੰਗਾ ਨਹੀਂ ਲੱਗਦਾ। ਸਹਿਜ ਸਮਾਧ ਲਗਾਵਣਿਆ, ਨਾਮ ਵਿੱਚ ਜਿਹਦਾ ਮਨ ਭਿੱਜ ਜਾਂਦਾ ਨਾ ਫਿਰ ਉਹਦੀ ਸੁਤੇ ਹੀ ਜਿਹੜੀ ਹੈ ਨਿਰਵਿਕਲਪ ਸਮਾਧੀ ਹੀ ਲੱਗੀ ਰਹਿੰਦੀ ਹੈ। ਜੇ ਅੱਖਾਂ ਕਰਕੇ ਖੁੱਲੀਆਂ ਵੀ ਵੇਖਦੇ ਆ ਤਾਂ ਵੀ ਮਹਾਰਾਜ ਦਾ ਹੀ ਦਰਸ਼ਨ ਕਰਦੇ ਆ, ਨੇਤਰ ਬੰਦ ਕਰਦੇ ਤਾਂ ਵੀ ਮਹਾਰਾਜ ਦਾ ਹੀ ਦਰਸ਼ਨ ਹੁੰਦਾ ਹੈ। ਇਉਂ ਉਹਨਾਂ ਦੀ ਸੁਦਾ ਹੀ ਇਹ ਸਮਾਧੀ ਜਿਹੜੀ ਹੈ ਨਾ ਲੱਗੀ ਰਹਿੰਦੀ ਹੈ। ਚਾਹੇ ਹਲ ਵਾਹੁਣ, ਚਾਹੇ ਫਿਰ ਸਾਧ ਸੰਗਤ ਜੀ ਕੀ ਹੈ ਕਿ ਦੁਕਾਨ ਚਲਾਉਣ, ਜੋ ਵੀ ਕਿਰਤ ਕਰਨ, ਕਿਉਂਕਿ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਖੇਤੀ ਵਣਜ ਸਭ ਹੁਕਮ ਹੈ, ਹੁਕਮੈ ਮਨ ਵਡਿਆਈ ਰਾਮ। ਇਹ ਕਿਰਤ ਵੀ ਕਰਦੇ ਆ ਤੇ ਕਿਰਤ ਕਰਦਿਆਂ ਵੀ ਉਹਨਾਂ ਦੀ ਸੁਤੇ ਹੀ ਸਮਾਧੀ ਲੱਗੀ ਰਹਿੰਦੀ ਹੈ ਹਰ ਵੇਲੇ, ਕਿਉਂਕਿ ਮਨ ਅੰਦਰੋਂ ਨਾਮ ਵਿੱਚ ਭਿੱਜ ਗਿਆ ਨਾ। ਇਹ ਮਹਾਰਾਜ ਕਹਿੰਦੇ ਭਾਈ ਉਹਨਾਂ ਨੂੰ ਫਿਰ ਨਾ ਭਾਵੇਂ ਕਿ ਉਹ ਸਮਾਧੀ ਅੰਮ੍ਰਿਤ ਵੇਲੇ ਲਾਉਂਦੇ ਆ ਜ਼ਰੂਰ, ਪਰ ਆਪਣੀ ਕਿਰਤ ਵੀ ਕਰਦੇ ਆ ਦਸਾਂ ਨਾਹਾਂ ਦੀ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਉਹਨਾਂ ਨੂੰ ਫਿਰ ਸਦਾ ਰਹਿਣ ਵਾਲੀ ਸਮਾਧੀ ਜਿਹੜੀ ਉਹ ਪ੍ਰਾਪਤ ਹੋ ਜਾਂਦੀ ਆ। ਅਨ ਦਿਨ ਗੁਣ ਗਾਵਾ ਪ੍ਰਭ ਤੇਰੇ, हे ਵਾਹਿਗੁਰੂ ਐਸੀ ਸਾਡੇ ਤੇ ਕਿਰਪਾ ਕਰੋ ਕਿ ਰਾਤ ਦਿਨ ਮਹਾਰਾਜ ਤੁਹਾਡੇ ਗੁਣ ਗਾਉਂਦੇ ਰਹੀਏ। ਤੁਧ ਸਾਲਾਹੇ ਪ੍ਰੀਤਮ ਮੇਰੇ, हे ਮੇਰੇ ਪ੍ਰੀਤਮ ਪਿਆਰੇ ਸਦਾ ਹੀ ਤੇਰੀ ਸਿਫਤ ਸਲਾਹ ਕਰਦੇ ਰਹੀਏ, ਐਸੀ ਮਹਾਰਾਜ ਸਾਡੇ ਤੇ ਬਖਸ਼ਿਸ਼ ਕਰੋ। ਤੁਧ ਬਿਨ ਅਵਰ ਨਾ ਕੋਏ ਜਾਚਾ, ਤੁਹਾਡੇ ਤੋਂ ਬਿਨਾ ਮਹਾਰਾਜ ਮੈਂ ਕਿਸੇ ਹੋਰ ਚੀਜ਼ ਨੂੰ ਨਾ ਜਾਚਾਂ ਨਾ ਮੰਗਾ। ਮਹਾਰਾਜ ਕੋਲੋਂ ਕੀ ਮੰਗੀਏ? ਮਹਾਰਾਜ ਕਿਰਪਾ ਕਰਕੇ ਤੁਸੀਂ ਹੀ ਪ੍ਰਾਪਤ ਹੋ ਜਾਓ। ਮੈਨੂੰ ਕੁਝ ਹੋਰ ਨਹੀਂ ਚਾਹੀਦਾ ਮਹਾਰਾਜ, ਮੈਨੂੰ ਤਾਂ ਤੁਸੀਂ ਚਾਹੀਦੇ ਆ। ਜਿਹੜੀ ਸਾਧ ਸੰਗਤ ਜੀ ਰਾਜੇ ਕੋਲੋਂ ਰਾਣੀ ਸੁਖ ਆਰਾਮ ਗਹਿਣੇ ਸੀਰੇ ਜਵਾਹਰਾਤ ਸਭ ਕੁਝ ਮੰਗੇ ਤੇ ਰਾਜਾ ਉਹ ਸਭ ਕੁਝ ਦੇ ਦੇਵੇ, ਪਰ ਆਪ ਉਹਦੇ ਮਹਿਲਾਂ ਵਿੱਚ ਆਵੇ ਹੀ ਨਾ, ਤੇ ਉਹਨੇ ਕੀ ਕਰਨੇ ਆ ਫਿਰ? ਇਹ ਉਹ ਸਾਰੇ ਹੀਰੇ ਜਵਾਹਰਾਤ, ਉਹ ਗਹਿਣੇ ਗੱਟੇ, ਉਹ ਸੁਖ ਆਰਾਮ, ਉਹ ਸਾਧ ਸੰਗਤ ਜੀ ਸਾਰੇ ਇੱਕ ਦਿਨ ਦੁੱਖ ਰੂਪ ਹੀ ਹੋ ਜਾਂਦੇ ਆ। ਇਸੇ ਤਰ੍ਹਾਂ ਭੁੱਲੇ ਹੋਏ ਮਨ ਦੀ ਇਹ ਅਵਸਥਾ ਹੈ। ਮਹਾਰਾਜ ਸੰਸਾਰੀ ਸੁਖ ਸਾਰੇ ਚਾਹੀਦੇ ਆ ਪਰ ਤੇਰੀ ਲੋੜ ਨਹੀਂ ਹੈ। ਸਾਧ ਸੰਗਤ ਜੀ ਉਹ ਕਹਿੰਦੇ ਆ ਵਾਹਿਗੁਰੂ ਦੇ ਕੋਲੋਂ ਅਸੀਂ ਕੀ ਲੈਣਾ, ਸਾਨੂੰ ਤਾਂ ਪਦਾਰਥ ਚਾਹੀਦੇ ਆ, ਤੇ ਜੋ ਵੀ ਕੋਈ ਚੀਜ਼ਾਂ ਇਹ ਨਾਸ਼ ਹੋ ਜਾਣ ਵਾਲੀਆਂ ਮਨ ਮੰਗੀ ਜਾਂਦਾ ਹੈ ਪਰ ਕਦੇ ਵਾਹਿਗੁਰੂ ਨੂੰ ਨਹੀਂ ਮੰਗਦਾ ਹੈ। ਮਹਾਰਾਜ ਮੈਨੂੰ ਤੁਹਾਡੀ ਲੋੜ ਹੈ ਇਹ ਨਹੀਂ ਕਹਿੰਦਾ ਹੈ। ਤੇ ਜਿਹੜੀ ਰਾਣੀ ਰਾਜੇ ਨੂੰ ਇਹ ਨਾ ਕਹੇ ਕਿ ਮੈਨੂੰ ਮਹਾਰਾਜ ਤੁਹਾਡੀ ਲੋੜ ਹੈ,
ਉਹ ਫਿਰ ਕਦੋਂ ਉਸ ਰਾਣੀ ਦੇ ਮਹਿਲ ਵਿੱਚ ਆ ਕਰਕੇ ਸਾਖਿਆਤ ਹੋਵੇਗਾ। ਇਸ ਤਰ੍ਹਾਂ ਜਿਹੜੇ ਮਹਾਰਾਜ ਕੋਲ ਪਦਾਰਥ ਤਾਂ ਦਾਤਾਂ ਤਾਂ ਸਾਰੀਆਂ ਮੰਗੀ ਜਾਂਦੇ ਆ, ਕਹਿੰਦੇ ਮਹਾਰਾਜ ਦਾਤ ਦੇ ਦੇ, ਮੈਨੂੰ ਤੇਰੀ ਲੋੜ ਨਹੀਂ ਹੈ। ਤੇ ਫਿਰ ਉਹ ਦਾਤਾਂ ਇੱਕ ਦਿਨ ਜਿਹੜੇ ਪਦਾਰਥ ਵੈ ਇਹ ਨਾਲ ਨਹੀਂ ਨਿਭਦੇ। ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲੋਂ ਮਹਾਰਾਜ ਦੀ ਦਾਤ ਮੰਗੀਏ ਕਿ ਸੱਚੇ ਪਾਤਸ਼ਾਹ ਤੁਸੀਂ ਪ੍ਰਾਪਤ ਹੋਵੋ, ਤੁਸੀਂ ਆਪ ਮਹਾਰਾਜ ਸਾਖਿਆਤ ਹੋਵੋ। ਜਿਹੜੇ ਆਪ ਵਾਹਿਗੁਰੂ ਜੀ ਦਾਤਾਂ ਦਿੰਦੇ ਆ, ਜਿਨ੍ਹਾਂ ਦਾ ਧਿਆਨ ਕਰਕੇ ਅਸੀਂ ਇੰਨੇ ਪਦਾਰਥ ਲੈਨੇ ਆ, ਜੇ ਭਲਾ ਵਾਹਿਗੁਰੂ ਆਪ ਹੀ ਸਾਖਿਆਤ ਹੋ ਗਏ, ਦੱਸੋ ਫਿਰ ਦਾਤਾਂ ਦੀ ਕਮੀ ਰਹੂਗੀ, ਫਿਰ ਪਦਾਰਥਾਂ ਦੀ ਕਮੀ ਰਹੂਗੀ। ਫਿਰ ਤਾਂ ਸਾਧ ਸੰਗਤ ਜੀ ਜਦੋਂ ਆਪ ਹੀ ਨਿਰੰਕਾਰ ਆ ਕਰਕੇ ਸਾਖਿਆਤ ਹੋ ਜਾਣ, ਉੱਥੇ ਤਾਂ ਫਿਰ ਸਭ ਕੁਝ ਹੀ ਵਸ ਜਾਂਦਾ ਹੈ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਹਨ, ਗੁਰ ਪ੍ਰਸਾਦੇ ਤੋਂ ਪਾਵਣਿਆ। ਮਹਾਰਾਜ ਤੈਨੂੰ ਜਿਸ ਕਿਸੇ ਨੇ ਵੀ ਪਾਇਆ ਨਾ, ਗੁਰੂ ਪ੍ਰਸਾਦ ਕਿਰਪਾ ਨਾਲ ਹੀ ਪਾਇਆ ਹੈ। ਕਿਉਂਕਿ ਆਪਣੀ ਪ੍ਰਾਪਤੀ ਦਾ ਇਹ ਜਿਹੜਾ ਹੈ ਨਾ ਮੁੱਖ ਕਾਰਨ ਤੁਸਾਂ ਗੁਰੂ ਸਾਹਿਬ ਜੀ ਦੇ ਹੱਥ ਵਿੱਚ ਰੱਖਿਆ ਹੋਇਆ। ਗੁਰੂ ਪ੍ਰਸਾਦ ਕਿਰਪਾ ਨਾਲ ਹੀ ਮਹਾਰਾਜ ਤੁਹਾਨੂੰ ਜਿਸ ਕਿਸੇ ਨੇ ਪਾਇਆ ਹੈ ਨਾ, ਤੇ ਉਹ ਗੁਰੂ ਕਿਰਪਾ ਨਾਲ ਹੀ ਪਾ ਕਰਕੇ ਨਿਹਾਲ ਹੋਇਆ ਏ। ਅਗਮ ਅਗੋਚਰ ਮਿਤ ਨਹੀਂ ਪਾਏ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਮੇਰਾ ਵਾਹਿਗੁਰੂ ਮਨ ਦੀ ਪਹੁੰਚ ਤੋਂ ਪਰੇ ਹੈ, ਅਗੋਚਰ ਇੰਦਰੀਆਂ ਦੇ ਵੀ ਅਵਿਸ਼ੇ ਹੈ। ਸਤਿਗੁਰੂ ਕਹਿੰਦੇ ਉਸ ਦੀ ਭਾਈ ਪ੍ਰਾਪਤੀ ਦੀ ਮਿਤ ਮਰਿਆਦਾ ਕੋਈ ਗੁਰੂ ਤੋਂ ਬਿਨਾਂ ਨਹੀਂ ਪਾ ਸਕਦਾ ਹੈ। ਆਪਣੇ ਕਿਰਪਾ ਕਰਹਿ ਤੂੰ ਲਹਿ ਮਿਲਾਏ। ਜਦੋਂ ਆਪਣੀ ਕਿਰਪਾ ਵਾਹਿਗੁਰੂ ਤੁਸੀਂ ਆਪ ਕਰਦੇ ਹੋ ਨਾ, ਤੇ ਫਿਰ ਉਹਨੂੰ ਗੁਰੂ ਜੀ ਦੇ ਚਰਨਾਂ ਵਿੱਚ ਲਿਆ ਕਰਕੇ ਆਪਣੇ ਨਾਲ ਮੇਲ ਲੈਂਦੇ ਹੋ ਜੀਵ ਨੂੰ। ਪੂਰੇ ਗੁਰ ਕੈ ਸ਼ਬਦ ਧਿਆਈਐ। ਮਹਾਰਾਜ ਸਤਿਗੁਰੂ ਜੀ ਫਰਮਾਉਂਦੇ ਆ, ਗੁਰਸਿੱਖੋ ਪੂਰੇ ਗੁਰੂ ਜੀ ਦੇ ਸ਼ਬਦ ਦੁਆਰਾ ਨਿਰੰਕਾਰ ਨੂੰ ਧਿਆਈਏ। ਨਿਰੰਕਾਰ ਦਾ ਚੇਤਾ ਕਰਨਾ ਹੈ, ਉਸ ਨੂੰ ਆਪਣੀ ਯਾਦ ਵਿੱਚ ਵਸਾਉਣਾ ਹੈ, ਤੇ ਪੂਰੇ ਗੁਰੂ ਜੀ ਦੇ ਮਹਾਰਾਜ ਕਹਿੰਦੇ ਸ਼ਬਦ ਨਾਲ। ਪੂਰੇ ਗੁਰੂ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਸਾਨੂੰ ਵਾਹਿਗੁਰੂ ਮੰਤਰ ਦਿੱਤਾ ਹੈ। ਪੂਰੇ ਗੁਰੂ ਜੀ ਦਾ ਸ਼ਬਦ ਉਪਦੇਸ਼ ਹੈ। ਤੇ ਭਾਈ ਗੁਰਸਿੱਖੋ ਨਾਮ ਦੇ ਨਾਲ ਜੁੜੋ। ਮਹਾਰਾਜ ਕਹਿੰਦੇ ਭਾਈ ਪੂਰੇ ਗੁਰੂ ਜੀ ਦੇ ਉਪਦੇਸ਼ ਨਾਲ ਨਿਰੰਕਾਰ ਨੂੰ ਧਿਆਉਣਾ ਕਰੀਏ, ਚੇਤੇ ਕਰਨਾ ਕਰੀਏ। ਸ਼ਬਦ ਸੇਵ ਸੁਖ ਪਾਵਣਿਆ। ਜਿਨੇ ਸ਼ਬਦ ਉਪਦੇਸ਼ ਦੁਆਰਾ ਪਰਮੇਸ਼ਰ ਨੂੰ ਜਪਿਆ ਨਾ, ਮਹਾਰਾਜ ਕਹਿੰਦੇ ਭਾਈ ਉਹਨੇ ਸੁਖ ਪਾਇਆ ਹੈ ਆਤਮਿਕ ਆਨੰਦ ਦਾ। ਭਾਈ ਸੰਗਤ 'ਚ ਬਹਿ ਕੇ ਸਾਹਮਣੇ ਗੱਲਾਂ ਨਹੀਂ ਕਰੀਦੀਆਂ, ਕੋਈ ਹੋਰ ਹਾਵ ਭਾਵਨਾ ਪ੍ਰਗਟ ਕਰੋ। ਬੇਨਤੀ ਹੈ ਇਕਾਗਰਤਾ ਚਿੱਤ ਕਥਾ ਸੁਣੋ। ਸਮਾਪਤੀ ਹੋਵੇਗੀ ਛੇਤੀ, ਤੋ ਆਪਣੇ ਚਿੱਤ ਨੂੰ ਜਿਹੜਾ ਨਾ ਜੇ ਤੁਸੀਂ ਸਾਹਮਣੇ ਬੈਠਿਆਂ ਭਰਮਾਓਗੇ ਤੇ ਸ਼ਬਦ ਦੀ ਕਥਾ ਨਹੀਂ ਕੀਤੀ ਜਾਂਦੀ। ਇਸ ਕਰਕੇ ਆਪ ਦਾ ਚਿੱਤ ਨਹੀਂ ਲੱਗਦਾ ਤਾਂ ਬਾਹਰ ਬਹਿ ਸਕਦੇ ਹੋ, ਪਰ ਅੰਦਰ ਬੈਠ ਕਰਕੇ ਇਸ ਤਰ੍ਹਾਂ ਜਿਹੜੀ ਹੈ ਹਿਲ ਜੁਲ ਨਾ ਕਰੋ। ਬੇਨਤੀ ਹੈ ਦੁਬਾਰਾ ਪੜ੍ਹ ਦਿਓ। ਸ਼ਬਦ ਸੇਵ ਸੁਖ ਪਾਵਣਿਆ। ਸ਼ਬਦ ਦੀ ਸੇਵਾ ਕਰਕੇ ਭਾਵ ਸ਼ਬਦ ਦਾ ਸੇਵਨ ਕਰਕੇ, ਸ਼ਬਦ ਨੂੰ ਜਪ ਕਰਕੇ ਮਹਾਰਾਜ ਕਹਿੰਦੇ ਭਾਈ ਆਤਮਿਕ ਆਨੰਦ ਦਾ ਸੁਖ ਪਾਵਣਿਆ ਪਾਉਣਾ ਕੀਤਾ ਹੈ ਗੁਰਸਿੱਖਾਂ ਨੇ। ਰਸਨਾ ਗੁਣਵੰਤੇ ਗੁਣ ਗਾਵੇ। ਹਜੂਰ ਕਹਿੰਦੇ ਭਾਈ ਜਿਨ੍ਹਾਂ ਦੀ ਰਸਨਾ ਗੁਣਾ ਵਾਲੀ ਬਣ ਕਰਕੇ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੀ ਹੈ। ਕਿਉਂਕਿ ਜਦੋਂ ਰਸਨਾ ਮਹਾਰਾਜ ਦਾ ਜਸ ਕਰਦੀ ਹੈ ਨਾ, ਤੇ ਇਸ ਰਸਨਾ ਦੇ ਉੱਤੇ ਹੀ ਸਾਧ ਸੰਗਤ ਜੀ ਐਸਾ ਗੁਣ ਵਸਦਾ ਆ ਕਰਕੇ ਕਿ ਵਾਕ ਸਿੱਧੀ ਹੋ ਜਾਂਦੀ ਹੈ। ਜੋ ਵੀ ਕਹਿੰਦੇ ਆ ਨਾ ਉਸੇ ਵੇਲੇ ਤਤਕਾਲ ਸੱਤ ਹੋ ਜਾਂਦਾ ਹੈ। ਕਈ ਵਾਰੀ ਭਗਤਾਂ ਦਾ ਸੁਧਾ ਸੁਭਾਅ ਹੁੰਦਾ, ਗੁਰਮੁਖਾਂ ਦਾ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਸਾਡੇ ਵਿੱਚ ਸ਼ਕਤੀ ਵਰਤ ਰਹੀ ਹੈ, ਪਰ ਸੁਤੇ ਹੀ ਬਚਨ ਕਹਿੰਦੇ ਤੇ ਸੱਤ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਭਾਈ ਰਸਨਾ ਏਡੇ ਗੁਣਾ ਭਰਪੂਰ ਹੋ ਜਾਂਦੀ ਹੈ ਕਿ ਜੋ ਕਹਿਣ ਉਹਨਾਂ ਦਾ ਉਸੇ ਵੇਲੇ ਬਚਨ ਪੂਰਾ ਹੋ ਜਾਂਦਾ ਹੈ। ਇਹੋ ਜੇ ਗੁਣਾਂ ਦੇ ਭਰਪੂਰ ਹੋਈ ਰਸਨਾ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੀ ਹੈ। ਪਰ ਸਾਧ ਸੰਗਤ ਜੀ ਉਹ ਯਥਾਰਥ ਬਚਨ ਹੀ ਆਪਣੇ ਮੁਖ ਤੋਂ ਬੋਲਦੇ ਆ, ਅਕਾਰਥ ਬਚਨ ਨਹੀਂ ਬੋਲਦੇ, ਵਿਅਰਥ ਬਚਨ ਆਪਣੇ ਮੁਖ ਤੋਂ ਨਹੀਂ ਬੋਲਦੇ, ਜਿਨ੍ਹਾਂ ਦੀ ਰਸਨਾ ਗੁਣਵੰਤੀ ਹੋ ਜਾਂਦੀ ਹੈ। ਤੇ ਜਿਹੜੇ ਐਵੇਂ ਊਲ ਜਲੂਲ ਬੋਲੀ ਜਾਂਦੇ ਆ, ਫਾਲਤੂ ਗੱਲਾਂ ਕਰੀ ਜਾਂਦੇ, ਸੰਗਤ ਵਿੱਚ ਬਹਿ ਕੇ ਵੀ ਬੋਲੀ ਜਾਂਦੇ, ਕੀ ਗੁਣਵੰਤੀ ਰਸਨਾ ਹੋਣੀ ਹੈ? ਉਹ ਤਾਂ ਰਸਨਾ ਸਾਧ ਸੰਗਤ ਜੀ ਔਗਣਾ ਵਾਲੀ ਹੁੰਦੀ ਹੈ, ਜਿਹੜੀ ਸੰਸਾਰ ਦੀਆਂ ਗੱਲਾਂ ਕਰਦੀ ਹੈ, ਵਿਸ਼ਿਆਂ ਦੀਆਂ ਗੱਲਾਂ ਕਰਦੀ ਹੈ, ਈਰਖਾ ਦੀਆਂ ਗੱਲਾਂ ਕਰਦੀ ਹੈ। ਉਹ ਰਸਨਾ ਔਗਣਾ ਭਰਪੂਰ ਹੈ। ਜਿਹੜੀ ਰਸਨਾ ਮਹਾਰਾਜ ਦਾ ਜਸ ਕਰਦੀ ਹੈ, ਵਾਹਿਗੁਰੂ ਦਾ ਨਾਮ ਜਪਦੀ ਹੈ,
ਪਰਮੇਸ਼ਰ ਦੀਆਂ ਸਿਫਤਾਂ ਕਰਦੀ ਹੈ। ਇੰਨੀ ਗੁਣਵੰਤੀ ਰਸਨਾ ਹੁੰਦੀ ਹੈ। ਉਹ ਗੁਰਮੁਖ ਜਦੋਂ ਬੋਲਦੇ ਆ ਨਾ ਸਾਧ ਸੰਗਤ ਜੀ, ਇਉਂ ਮਿੱਠਾ ਰਸ ਆਉਂਦਾ ਹੈ। ਇੰਨੇ ਪਿਆਰ ਨਾਲ, ਇੰਨੀ ਹਲੀਮੀ ਨਾਲ, ਇੰਨੀ ਨਿਮਰਤਾ ਨਾਲ ਬੋਲਦੇ ਆ ਕਿ ਦਿਲ ਹੀ ਚੁਰਾ ਲੈਂਦੇ ਆ, ਮਨ ਹੀ ਖਿੱਚ ਲੈਂਦੇ ਆ। ਇੰਨਾ ਉਹਨਾਂ ਦੀ ਰਸਨਾ ਵਿੱਚ ਸੁਖ ਹੁੰਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਗੁਣਾ ਭਰਪੂਰ ਹੋਈ ਰਸਨਾ ਭਾਈ ਵਾਹਿਗੁਰੂ ਦੇ ਗੁਣਾਂ ਨੂੰ ਹੀ ਸਦਾ ਗਾਉਂਦੀ ਰਹਿੰਦੀ ਆ। ਨਾਮ ਸਲਾਹੇ ਸੱਚੇ ਭਾਵੈ। ਤੇ ਨਾਮ ਦੀ ਸਿਫਤ ਸਲਾਹ ਕਰਦੇ ਆ ਨਾ, ਇਸੇ ਕਰਕੇ ਸੱਚੇ ਵਾਹਿਗੁਰੂ ਨੂੰ ਭਾ ਜਾਂਦੇ ਆ, ਮਹਾਰਾਜ ਨੂੰ ਚੰਗੇ ਲੱਗਦੇ ਆ। ਮਹਾਰਾਜ ਵੀ ਆਪਣੇ ਸੇਵਕ ਨੂੰ ਵਿਸਾਰਦੇ ਨਹੀਂ, ਹਰ ਵੇਲੇ ਆਪਣੇ ਸੇਵਕ ਦਾ ਖਿਆਲ ਰੱਖਦੇ। ਜਿਵੇਂ ਮਾਂ ਆਪਣੇ ਬੱਚੇ ਦਾ ਖਿਆਲ ਰੱਖਦੀ ਹੈ ਨਾ, ਇਵੇਂ ਵਾਹਿਗੁਰੂ ਜੀ ਆਪਣੇ ਉਸ ਸੇਵਕ ਦਾ ਖਿਆਲ ਰੱਖਦੇ ਜਿਹਦੀ ਰਸਨਾ ਗੁਣਵੰਤੀ ਕਰ ਦਿੰਦੇ ਆ। ਜਿਹਦੀ ਰਸਨਾ ਤੇ ਨਾਮ ਵਸਦਾ ਹਰ ਵੇਲੇ, ਮਹਾਰਾਜ ਉਸ ਦਾ ਬਹੁਤ ਜ਼ਿਆਦਾ ਖਿਆਲ ਰੱਖਦੇ, ਆਪਣੇ ਸੇਵਕ ਦੀ ਸਾਜ ਸੰਭਾਲ ਕਰਦੇ ਆ। ਗੁਰਮੁਖ ਸਦਾ ਰਹਿ ਰੰਗ ਰਾਤੇ। ਜਿਹੜੇ ਗੁਰਮੁਖ ਹੋਏ ਸਦਾ ਪਿਆਰ ਦੇ ਰੰਗ ਵਿੱਚ ਰੰਗੇ ਰਹਿੰਦੇ ਆ, ਉਹਨਾਂ ਦੀ ਰਸਨਾ ਵੀ ਪਿਆਰ ਦੇ ਰੰਗ ਵਿੱਚ ਰੰਗੀ ਰਹਿੰਦੀ ਆ। ਮਿਲ ਸੱਚੇ ਸੋਭਾ ਪਾਵਣਿਆ। ਮਿਲ ਕਰਕੇ ਵਾਹਿਗੁਰੂ ਜੀ ਦੇ ਅੰਦਰ, ਉਸ ਸੱਚ ਸਰੂਪ ਦੇ ਅੰਦਰ ਅਭੇਦ ਹੋ ਕਰਕੇ ਉਹ ਸਾਧ ਸੰਗਤ ਜੀ ਸੋਭਾ ਪਾਉਂਦੇ ਸਾਰੀ ਕਾਇਨਾਤ ਦੇ ਅੰਦਰ। ਕਿਉਂਕਿ ਬ੍ਰਹਮ ਗਿਆਨੀ ਦੁਰਲੱਭ ਹੈ, ਸਾਧੂ ਦੁਰਲੱਭ ਹੈ, ਨਾਮ ਰਸੀਆ ਦੁਰਲੱਭ ਹੈ, ਗੁਰਮੁਖ ਦੁਰਲੱਭ ਹੈ। ਬਾਕੀ ਸਭ ਜਿਹੜੇ ਹੋਰ ਸਾਧ ਸੰਗਤ ਜੀ ਪੰਛੀ ਲੱਭ ਜਾਂਦੇ, ਹੰਸ ਦੁਰਲੱਭ ਹੈ। ਇਵੇਂ ਸਾਰਦੂਲ ਸ਼ੇਰ ਦੁਰਲੱਭ ਹੋ ਗਿਆ। ਇਵੇਂ ਮਹਾਰਾਜ ਕਹਿੰਦੇ ਭਾਈ ਰੱਬ ਦੇ ਪਿਆਰੇ ਦੁਰਲੱਭ ਹੈ। ਜਿਵੇਂ ਦੁਰਲੱਭੰ ਏਕ ਭਗਵਾਨ ਨਾਮ ਹੈ ਮਹਾਰਾਜ ਨੇ ਕਿਹਾ ਨਾ, ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਭਾਈ ਸਾਧੂ ਵੀ ਦੁਰਲੱਭ ਹੈ, ਸਾਧੂਆਂ ਦੀ ਸੰਗਤ ਵੀ ਦੁਰਲੱਭ ਹੈ। ਐਵੇਂ ਨਹੀਂ ਪ੍ਰਾਪਤ ਹੋਈ ਸੰਗਤ ਜਿਹੜਾ ਕਥਾ ਸੁਣਨ ਨੂੰ ਸਮਾਂ ਮਿਲ ਜਾਂਦਾ, ਕੀਰਤਨ ਦੇ ਸੁਣਨ ਦੇ ਵਿੱਚ ਚਿੱਤ ਲੱਗਦਾ ਹੈ ਨਾ, ਇਹ ਮਹਾਰਾਜ ਕਹਿੰਦੇ ਬੜੀਆਂ ਦੁਰਲੱਭ ਚੀਜ਼ਾਂ ਨੇ ਗੁਰਸਿੱਖੋ, ਐਵੇਂ ਨਹੀਂ ਪ੍ਰਾਪਤ ਹੋਈਆਂ। ਗੁਰਮੁਖ ਜਿਹੜੇ ਹਨ ਨਾ ਭਾਈ ਨਾਮ ਜਪਦੇ ਐ, ਨਾਮ ਜਪ ਕਰਕੇ ਵਾਹਿਗੁਰੂ ਵਿੱਚ ਅਭੇਦ ਹੋ ਜਾਂਦੇ ਐ। ਇਹ ਸੰਸਾਰ ਦੇ ਅੰਦਰ ਫਿਰ ਉਹ ਸੋਭਾ ਪਾਉਂਦੇ ਐ। ਇਹ ਸੰਸਾਰ ਦੇ ਅੰਦਰ ਉਹ ਸਾਰਿਆਂ ਤੋਂ ਵਿਲੱਖਣ ਹਨ, ਦੁਰਲੱਭ ਹਨ, ਕਿਉਂਕਿ ਨਾਮ ਦਾ ਰਸ ਹਰੇਕ ਨੂੰ ਨਹੀਂ ਪ੍ਰਾਪਤ ਹੁੰਦਾ। ਇਹ ਵੱਡੀ ਵਡਿਆਈ ਹਰੇਕ ਕੋਲ ਨਹੀਂ ਆਉਂਦੀ। ਮਹਾਰਾਜ ਕਹਿੰਦੇ ਭਾਈ ਬੜੇ ਇਸ ਕਾਇਨਾਤ ਦੇ ਅੰਦਰ ਗੁਰਮੁਖ ਫੱਬਦੇ ਆ। ਮਨਮੁਖ ਕਰਮ ਕਰੇ ਅਹੰਕਾਰੇ। ਮਨਮੁਖ ਕਰਮ ਤਾਂ ਕਰਦੇ ਆ ਧਰਮ ਵਾਲੇ, ਪਰ ਹੰਕਾਰ ਨਾਲ ਕਰਦੇ ਆ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਕੰਮ ਤਾਂ ਵੇਖ ਲਓ, ਬਾਹਰੋਂ ਕਰਮ ਉਹ ਵੀ ਧਰਮ ਦਾ ਹੀ ਕਰ ਰਹੇ ਹੁੰਦੇ ਆ, ਪਰ ਉਹਦੇ ਵਿੱਚ ਉਹਨਾਂ ਦੀ ਹਉਮੈ ਫਸੀ ਹੁੰਦੀ ਆ। ਜੋ ਹੈ ਜਨਮ ਸਭ ਬਾਜੇ ਹਾਰੇ। ਮਹਾਰਾਜ ਕਹਿੰਦੇ ਇਸ ਜਨਮ ਦੀ ਜਿਹੜੀ ਬਾਜੀ ਆ ਨਾ, ਉਹ ਸਾਰੀ ਫਿਰ ਜੂਏ ਵਿੱਚ ਹਾਰ ਜਾਂਦੇ ਆ। ਜਿਵੇਂ ਭਗਤ ਜੀ ਨੇ, ਭਗਤ ਰਵਿਦਾਸ ਜੀ ਨੇ ਕਿਹਾ ਨਾ, ਉੱਚੇ ਮੰਦਰ ਸੁੰਦਰ ਨਾਰੀ, ਰਾਮ ਨਾਮ ਬਿਨ ਬਾਜੀ ਹਾਰੀ। ਇਹ ਬਾਜੀ ਵਾਰੀ ਹੁੰਦੀ ਹੈ, ਕਿਉਂਕਿ ਜਦੋਂ ਖੇਡ ਖੇਡਦੇ ਆ ਨਾ ਬੱਚੇ, ਉਹ ਕਹਿੰਦੇ ਹੁਣ ਮੇਰੇ ਸਿਰ ਬਾਜੀ ਆਈ ਹੈ, ਹੁਣ ਤੇਰੇ ਸਿਰ ਬਾਜੀ ਆਈ ਹੈ। ਇਹ ਬਾਜੀ ਸਾਨੂੰ ਵਾਰੀ ਮਿਲੀ ਹੈ, ਮਹਾਰਾਜ ਨੇ ਮੌਕਾ ਦਿੱਤਾ ਕਿ ਹੁਣ ਬਾਜੀ ਹੈ ਤੇਰੇ ਸਿਰ, ਵੇਖ ਲੈ ਤੂੰ ਇਸ 84 ਲੱਖ ਜੂਨ ਤੋਂ ਨਿਕਲਣਾ ਕਿ ਜਾਂ ਬਾਜੀ ਹਾਰ ਕੇ ਫਿਰ ਉਹੋ ਹੀ ਠੂਏ ਡੱਡੂ ਸੱਪ ਆਦਿ ਕੀ ਬਣਨਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਬਾਜੀ ਤੇਰੇ ਹੱਥ ਦਿੱਤੀ ਹੈ ਨਿਰੰਕਾਰ ਨੇ, ਤੇ ਇਸ ਪੌੜੀ ਤੇ ਜੋ ਨਰ ਚੂਕੈ ਸੋ ਆਏ ਜਾਏ ਦੁੱਖ ਪਾਏਂਦਾ। ਜੇ ਬਾਜੀ ਜਿੱਤਣੀ ਹੈ ਤੇ ਖੰਡੇ ਦਾ ਅੰਮ੍ਰਿਤ ਛਕ ਲੈ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨੀ ਲੱਗ ਜਾ। ਤੇ ਜੇ ਬਾਜੀ ਹਾਰਨੀ ਹੈ ਤਾਂ ਫਿਰ ਤਾਂ ਨਿਗਰਾ ਹੋ ਕਰਕੇ ਜਿਵੇਂ ਮਰਜੀ ਜੀਵੀ, ਫਿਰ ਬਾਜੀ ਨਹੀਂ ਜਿੱਤ ਸਕੇਗਾ। ਹਜੂਰ ਫਰਮਾਉਂਦੇ ਹਨ, ਫਿਰ ਪੜ੍ਹ ਦਿਓ, ਜੋ ਹੈ ਜਨਮ ਸਭ ਬਾਜੇ ਹਾਰੇ। ਜਿਵੇਂ ਜੂਏ ਵਿੱਚ ਹਾਰ ਜਾਂਦੇ ਆ ਨਾ ਜੁਆਰੀ, ਤੇ ਹਾਰ ਕਰਕੇ ਫਿਰ ਚੱਲੇ ਜੁਆਰੀ ਦੋਏ ਹੱਥ ਝਾੜ, ਇਵੇਂ ਮਹਾਰਾਜ ਕਹਿੰਦੇ ਜਨਮ ਦੀ ਇਹ ਬਾਜੀ ਵਾਰੀ ਖੇਲ ਜਿਹੜੀ ਹੈ ਨਾ, ਤੂੰ ਹਾਰ ਜਾਵੇਂਗਾ। ਜਿਵੇਂ ਜੂਆ ਖੇਡਣ ਵਾਲਾ ਜੁਆਰੀ ਸਭ ਕੁਝ ਹੀ ਹਾਰ ਜਾਵੇ, ਇਵੇਂ ਸਭ ਕੁਝ ਹਾਰ ਜਾਵੇਂਗਾ ਜੇ ਗੁਰੂ ਕੀ ਸਿੱਖੀ ਨਾ ਕਮਾਈ, ਨਾਮ ਨਾ ਜਪਿਆ। ਅੰਤਰ ਲੋਭ ਮਹਾ ਗੁਬਾਰਾ। ਮਹਾਰਾਜ ਕਹਿੰਦੇ ਅੰਦਰ ਭਾਈ ਲੋਭ ਹੈ ਪਦਾਰਥਾਂ ਦਾ, ਤੇ ਬਹੁਤ ਜ਼ਿਆਦਾ ਗੁਬਾਰ ਹਨੇਰਾ ਹੈ ਅਗਿਆਨਤਾ ਦਾ। ਫਿਰ ਆਵਣ ਜਾਵਣਿਆ। ਫਿਰ ਕੀ ਹੋਵੇਗਾ? ਫਿਰ ਬਾਰ-ਬਾਰ ਮਹਾਰਾਜ ਕਹਿੰਦੇ ਆਉਣਾ ਸੰਸਾਰ ਦੇ ਅੰਦਰ, ਜੂਨਾ ਧਾਰ ਧਾਰ ਕੇ
ਤੇ ਮਰ ਮਰ ਕੇ ਜਾਵਣਿਆ ਜਾਣਾ ਹੁੰਦਾ ਹੈ ਉਹਨਾਂ ਨੇ। ਆਪੇ ਕਰਤਾ ਦੇ ਵਡਿਆਈ, ਆਪ ਹੀ ਮੇਰਾ ਕਰਤਾ ਪੁਰਖ ਵਾਹਿਗੁਰੂ ਜਿਸ ਨੂੰ ਵਡਿਆਈ ਦਿੰਦਾ ਹੈ ਨਾਮ ਦੀ। ਜਿਨ ਕੋ ਆਪ ਲਿਖਤ ਤੁਰ ਪਾਏ, ਉਹਨਾਂ ਨੂੰ ਦਿੰਦਾ ਜਿਨ੍ਹਾਂ ਦੇ ਮਸਤਕ ਦੇ ਉੱਤੇ ਧੁਰੋਂ ਹੀ ਲੇਖ ਪਾ ਦਿੱਤਾ ਕਿ ਸੰਗਤ ਕਰੇਗਾ, ਹੋਰ ਕੋਈ ਜਪ ਤਪ ਨਾ ਹੋਵੇ, ਉਹਨਾਂ ਨੂੰ ਸੰਗਤ ਦਾ ਲੇਖ ਮਹਾਰਾਜ ਪਾ ਦਿੰਦੇ ਆ ਕਿ ਨਾਮ ਜਪੇਗਾ ਸੰਗਤ ਵਿੱਚ ਬੈਠ ਕਰਕੇ। ਉਹਨਾਂ ਨੂੰ ਸਾਧ ਸੰਗਤ ਜੀ ਇਹ ਵਡਿਆਈ ਜਿਹੜੀ ਹੈ ਨਾ ਬਖਸ਼ਿਸ਼ ਫਿਰ ਪ੍ਰਾਪਤ ਹੋ ਜਾਂਦੀ ਹੈ। ਧੁਰੋਂ ਹੀ ਮਸਤਕ ਤੇ ਜਿਨ੍ਹਾਂ ਦੇ ਮਹਾਰਾਜ ਨੇ ਵਾਹਿਗੁਰੂ ਨੇ ਲੇਖ ਪਾ ਦਿੱਤਾ ਨਾਮ ਦੇ ਜਪਣ ਦਾ। ਨਾਨਕ ਨਾਮ ਮਿਲੈ ਪਹੁ ਭੰਜਨ, ਸਤਿਗੁਰੂ ਜੀ ਕਹਿੰਦੇ ਭਾਈ ਭੈ ਨੂੰ ਭੰਜਨ ਨਾਸ਼ ਕਰਨ ਵਾਲਾ ਇਹ ਨਾਮ ਮੇਰੇ ਵਾਹਿਗੁਰੂ ਦਾ ਮਿਲਦਾ ਹੈ। ਗੁਰ ਸ਼ਬਦੇ ਸੁਖ ਪਾਵਣਿਆ, ਜਿਨ੍ਹਾਂ ਨੂੰ ਮਿਲ ਜਾਂਦਾ ਹੈ ਨਾ ਫਿਰ ਉਹ ਗੁਰੂ ਜੀ ਦੇ ਸ਼ਬਦ ਉਪਦੇਸ਼ ਦੁਆਰਾ ਬ੍ਰਹਮਾ ਆਨੰਦ ਦੇ ਸੁੱਖ ਨੂੰ ਮਹਾਰਾਜ ਕਹਿੰਦੇ ਪਾਉਂਦੇ ਐ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਸਾਰੇ ਡਰਾਂ ਨੂੰ ਨਾਸ਼ ਕਰਨ ਵਾਲਾ ਵਾਹਿਗੁਰੂ ਦਾ ਨਾਮ ਹੈ। ਇਹ ਅਰਦਾਸ ਕਰੀਏ ਮਹਾਰਾਜ ਸਾਨੂੰ ਤੁਹਾਡਾ ਨਾਮ ਮਿਲੇ। ਮਹਾਰਾਜ ਸਾਡੇ ਅੰਦਰ ਵੀ ਮੌਤ ਦਾ ਖੌਫ ਨਹੀਂ ਮਰਦਾ। ਮਹਾਰਾਜ ਸਾਡੇ ਅੰਦਰ ਬੜੇ ਡਰ ਪਏ ਹੋਏ ਐ। ਇਹ ਡਰ ਸੱਚੇ ਪਾਤਸ਼ਾਹ ਕਿਰਪਾ ਕਰਕੇ ਨਾਸ਼ ਕਰਨ ਵਾਸਤੇ ਆਪਣਾ ਨਾਮ ਦਿਓ। ਮਹਾਰਾਜ ਕਹਿੰਦੇ ਇਹ ਭਾਈ ਅਰਦਾਸ ਕਰੀਏ ਮਹਾਰਾਜ ਸਾਨੂੰ ਵੀ ਆਪ ਜੀ ਦਾ ਨਾਮ ਮਿਲੇ। ਇਹ ਹਜੂਰ ਫਰਮਾਉਂਦੇ ਫਿਰ ਪੜ੍ਹ ਦਿਓ ਪੰਕਤੀ ਅਖੀਰਲੀ। ਨਾਨਕ ਨਾਮ ਮਿਲੈ ਪਹੁ ਭੰਜਨ, ਸਤਿਗੁਰੂ ਜੀ ਕਹਿੰਦੇ ਅਰਦਾਸ ਕਰੀਏ ਮਹਾਰਾਜ ਸਾਨੂੰ ਵੀ ਆਪ ਜੀ ਦਾ ਨਾਮ ਮਿਲੇ ਤਾਂ ਕਿ ਸਾਡੇ ਵੀ ਭੈ ਜਿਹੜੇ ਆ ਨਾ 7 ਪ੍ਰਕਾਰ ਦਾ ਅੰਦਰੋਂ ਭੰਜਨ ਨਾਸ਼ ਹੋ ਜਾਵੇ। ਗੁਰ ਸ਼ਬਦੇ ਸੁਖ ਪਾਵਣਿਆ, ਜਦੋਂ ਫਿਰ ਨਾਮ ਮਿਲਿਆ ਮਹਾਰਾਜ ਕਹਿੰਦੇ ਗੁਰੂ ਜੀ ਦੇ ਸ਼ਬਦ ਦੀ ਕਮਾਈ ਕਰਕੇ ਭਾਈ ਸੁਖ ਪਾਵਣਿਆ ਸੁਖ ਪਾਈਦਾ ਹੈ। ਜਿਸ ਕਿਸੇ ਨੇ ਪਾਇਆ ਸ਼ਬਦ ਦੀ ਕਮਾਈ ਨਾਲ ਹੀ ਸੁਖ ਪਾਇਆ ਹੈ। ਇਹ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਉਪਦੇਸ਼ ਬਖਸ਼ਿਸ਼ ਕੀਤਾ ਹੈ। ਗੁਰੂ ਸਾਹਿਬ ਜੀ ਦੀ ਇੱਕੋ ਹੀ ਅਸ਼ਟਪਦੀ ਆਈ ਹੈ। ਅੱਗੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦਾ ਸ਼ਬਦ ਜਿਹੜੇ ਇਸ ਚਾਲ ਵਿੱਚ ਆਰੰਭ ਹੋਣਗੇ। ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਆਪੇ ਕਰਤਾ ਦੇ ਵਡਿਆਈ, ਜਿਨ ਕੋ ਆਪ ਲਿਖਤ ਤੁਰ ਪਾਏ। ਨਾਨਕ ਨਾਮ ਮਿਲੈ ਪਹੁ ਭੰਜਨ, ਗੁਰ ਸ਼ਬਦੇ ਸੁਖ ਪਾਵਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਗਨਾ